ਅੱਜ ਅਰਦਾਸ ਦੇ ਵਿਸ਼ੇ ਤੇ ਸਾਡੇ ਨਾਲ ਗੋਹਜ ਵਿਚਾਰ ਸਾਂਝੇ ਕਰਨ ਦੇ ਲਈ ਗੁਣੀ ਪ੍ਰਚਾਰਕ ਭਾਈ ਗੁਰਸੇਵਕ ਸਿੰਘ ਜੀ ਜੁੜੇ ਹੋਏ ਨੇ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਗੁਰੂ ਬਖਸ਼ੀ ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗਿਆਨੀ ਜੀ, ਅਸੀਂ ਜਾਣਨਾ ਚਾਹਾਂਗੇ ਕਿ ਅਰਦਾਸ ਜਿਹੜੀ ਹੈ, ਸਭ ਤੋਂ ਪਹਿਲਾਂ ਅਰਦਾਸ ਸ਼ਬਦ ਜਿਹੜਾ ਆਇਆ ਇਹ ਕਿੱਥੋਂ ਆਇਆ ਤੇ ਕਿਵੇਂ ਆਇਆ? ਅਸਲ ਦੇ ਵਿੱਚ ਅਰਦਾਸ ਸ਼ਬਦ ਹਰ ਇੱਕ ਧਰਮ ਦੇ ਵਿੱਚ, ਹਰ ਇੱਕ ਭਾਸ਼ਾ ਦੇ ਵਿੱਚ, ਹਰ ਇੱਕ ਮਤ ਦੇ ਵਿੱਚ ਪਾਇਆ ਜਾਂਦਾ ਹੈ। ਅਰਦਾਸ ਸ਼ਬਦ ਜਿਸ ਦਾ ਸੰਬੰਧ ਸਿੱਖ ਮਤ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਪਰ ਹੈ। ਇਹ ਅਰਬੀ ਭਾਸ਼ਾ ਦੇ ਵਿੱਚ ਵੀ ਪਾਇਆ ਜਾਂਦਾ ਹੈ, ਫਾਰਸੀ ਭਾਸ਼ਾ ਦੇ ਵਿੱਚ ਵੀ, ਸੰਸਕ੍ਰਿਤ ਭਾਸ਼ਾ ਦੇ ਵਿੱਚ ਵੀ, ਜਿਸ ਦੇ ਅਰਥ ਵੱਡੇ ਵਿਦਵਾਨਾਂ ਨੇ ਸਿੱਖ ਮਤ ਦੇ ਵਿੱਚ ਕੀਤੇ ਨੇ ਅਰਜ ਅਤੇ ਦਾਸ। ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੈ ਜੀ। ਸੋ ਅਰਜ ਅਤੇ ਦਾਸ ਦਾ ਮਤਲਬ ਇਹ ਹੈ ਕਿ ਅਰਦਾਸ, ਉਹਨਾਂ ਤੋਂ ਜਿਹੜਾ ਨਿਖੜ ਕੇ ਸਵਾਰ ਕੇ ਜਿਹੜਾ ਰੂਪ ਸਾਡੇ ਸਾਹਮਣੇ ਆਉਂਦਾ ਹੈ, ਉਹਦਾ ਮਤਲਬ ਬਣਦਾ ਹੈ ਅਰਦਾਸ। ਸੋ ਇੱਕ ਅਰਦਾਸ ਦਾ ਅਰਥ ਅਰਜ ਅਤੇ ਦਾਸ ਤੋਂ ਲਿਆ ਜਾਂਦਾ ਹੈ। ਇੱਕ ਅਰਦਾਸ ਦਾ ਅਰਥ ਜਿਹੜਾ ਇਹ ਹੋਰਨਾਂ ਭਾਸ਼ਾ ਤੋਂ ਜਦੋਂ ਆਪਾਂ ਇਹਦਾ ਦੇਖਦੇ ਹਾਂ ਤਾਂ ਇਹਦਾ ਮਤਲਬ ਬਹੁਤ ਘੇਰਾ, ਜਿਹੜਾ ਬਹੁਤ ਵਿਸ਼ਾਲ ਹੈ, ਵੱਡਾ ਹੈ। ਸੋ ਅਸੀਂ ਮਤਲਬ ਸਾਰਿਆਂ ਦਾ ਉਹ ਕਰਨ ਲੱਗੀਏ ਤਾਂ ਬਹੁਤ ਇਹ ਵਿਚਾਰ ਜਿਹੜੀ ਲੰਮੀ ਹੋਵੇਗੀ, ਪਰ ਆਪਾਂ ਨੂੰ ਇੱਕ ਭਾਸ਼ਾ ਦੇ ਉੱਤੇ ਹੀ ਨਿਰਭਰ ਰਹਿਣਾ ਚਾਹੀਦਾ ਕਿ ਜਿਹੜਾ ਅਸਲ ਦੇ ਵਿੱਚ ਜਿਹੜਾ ਅਰਦਾਸ ਦਾ ਭਾਵ ਹੈ ਕਿ ਗੁਰੂ, ਜਦੋਂ ਅਸੀਂ ਰੱਬ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਗੁਰੂ ਦੇ ਅੱਗੇ ਹੱਥ ਜੋੜ ਕੇ ਜਦੋਂ ਆਪਣੀ ਮਨ ਦੀ ਵੇਦਨਾ ਦੇ ਨਾਲ ਕੁਝ ਮੰਗਦੇ ਹਾਂ, ਅਰਜ ਕਰਦੇ ਹਾਂ। ਵੇਖੋ ਸਾਡੇ ਵਿੱਚ ਬੜਾ ਮਕਬੂਲ ਸ਼ਬਦ ਹੈ ਅਰਜ ਕਰਨਾ ਜੀ, ਜੋਦੜੀ ਕਰਨਾ। ਸੋ ਇਹਨਾਂ ਸ਼ਬਦਾਂ ਤੋਂ ਹੀ ਇਹਦਾ ਜਿਹੜਾ ਸੁਮੇਲ ਬਣ ਕੇ ਤੇ ਅਰਦਾਸ ਸ਼ਬਦ ਜਿਹੜਾ ਸਿੱਖ ਧਰਮ ਦੇ ਵਿੱਚ ਵਰਤਿਆ ਜਾਂਦਾ ਹੈ। ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਨੇ ਵੀ ਇੱਕ ਅਰਦਾਸ ਜਿਹੜੀ ਹੈ ਉਹ ਵਿਧੀ ਵੱਧ ਤਰੀਕੇ ਨਾਲ ਬਣੀ ਹੋਈ ਹੈ, ਤੇ ਸਾਰੇ ਲੋਕ ਜਿਹੜੇ ਖਾਸ ਤੌਰ ਤੇ ਜੋ ਸਾਡੇ ਪਿੰਡਾਂ ਵਿੱਚ ਰਹਿੰਦੇ ਨੇ ਜਾਂ ਇਸ ਪੱਖ ਤੋਂ ਧਾਰਮਿਕ ਦੁਨੀਆ ਦੇ ਨਾਲ ਜਿਨ੍ਹਾਂ ਦਾ ਬਹੁਤਾ ਰਾਬਤਾ ਨਹੀਂ ਹੁੰਦਾ, ਤੇ ਉਹ ਫਿਰ ਅਰਦਾਸ ਉਹਨਾਂ ਦੇ ਲਈ ਜਿਹੜੀ ਹੈ ਕਿ ਉਹੀ ਸ਼ਬਦਾਵਲੀ ਹੁੰਦੀ ਹੈ ਜਾਂ ਅਰਦਾਸ ਦੇ ਸ਼ਬਦ ਉਹ ਆਪਣੇ ਤੌਰ ਤੇ ਵਰਤ ਸਕਦੇ ਨੇ। ਵੇਖੋ ਜੀ, ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੀਆਂ ਦੋ ਸ਼ਖਸੀਅਤਾਂ ਨੂੰ ਬਿਆਨ ਕੀਤਾ ਗਿਆ। ਇੱਕ ਸ਼ਖਸੀ ਸ਼ਖਸੀਅਤ ਹੈ, ਇੱਕ ਪੰਥਕ ਸ਼ਖਸੀਅਤ ਹੈ। ਜਦੋਂ ਆਪਾਂ ਪੰਥਕ ਘੇਰੇ ਦੇ ਵਿੱਚ, ਦਾਇਰੇ ਦੇ ਵਿੱਚ ਆਣ ਕੇ, ਪੰਥ ਦੇ ਵਿੱਚ ਆਣ ਕੇ ਅਰਦਾਸ ਕਰਾਂਗੇ, ਉਹਦੇ ਵਾਸਤੇ ਸਾਡੇ ਸ਼ਬਦ ਜਿਹੜੇ ਬਿਲਕੁਲ ਨਿਸ਼ਚਿਤ ਨੇ। ਜਿਵੇਂ ਸਾਡੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹਦਾ ਪੂਰਾ ਪ੍ਰਪੇਖ ਜਿਹੜਾ ਤਿਆਰ ਕੀਤਾ ਸਾਡੇ ਦਾਨਸ਼ਵਰ ਲੋਕਾਂ ਵੱਲੋਂ, ਦਾਨਸ਼ਵਰ ਸਾਡੇ ਸੱਜਣਾ ਵੱਲੋਂ, ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਅਰਦਾਸ ਬਣਾਈ ਸੀ। ਜਦੋਂ ਅਸੀਂ ਪੰਥਕ ਰੂਪ ਦੇ ਵਿੱਚ ਕਰਾਂਗੇ ਉਦੋਂ ਸਾਡੀ ਅਰਦਾਸ ਦੇ ਸ਼ਬਦ ਵੀ ਸਾਂਝੇ ਹੋਣਗੇ, ਸਾਡੀ ਭਾਵਨਾ ਵੀ ਇੱਕੋ ਹੋਵੇਗੀ, ਉਹਦੇ ਵਿੱਚ ਸਾਡੀ ਸੁਮੇਲਤਾ ਹੋਵੇਗੀ। ਪਰ ਜਦੋਂ ਅਸੀਂ ਇਕੱਲੇ ਰੂਪ ਦੇ ਵਿੱਚ ਕਰਦੇ ਹਾਂ, ਮੰਨ ਲਓ ਕੋਈ ਆਪਣਾ ਜੀਵਨ ਦਾ ਕਾਰਗੁਜ਼ਾਰੀ ਕਰ ਰਿਹਾ, ਕੋਈ ਕੰਮ ਕਰ ਰਿਹਾ, ਕੋਈ ਬਿਜ਼ਨਸ ਕਰ ਰਿਹਾ, ਕੋਈ ਕਿਤੇ ਵੀ ਕਿਸੇ ਪ੍ਰਕਾਰ ਦਾ ਕਿੱਤਾ ਕਰ ਰਿਹਾ, ਉੱਥੇ ਇਹ ਉਸ ਤੇ ਲਾਗੂ ਨਹੀਂ ਹੋਵੇਗਾ ਕਿ ਉਹ ਜਿਹੜੇ ਸ਼ਬਦ ਆ ਉਹ ਬਿਲਕੁਲ ਉਹ ਵਰਤੇ। ਉੱਥੇ ਉਹਦੀ ਭਾਵਨਾ ਹੈ, ਕਿਸੇ ਦੇ ਅੰਦਰ ਸਰੀਰਕ ਦਰਦ ਹੈ, ਮਾਨਸਿਕ ਪੀੜਾ ਹੈ, ਉਸ ਮਾਨਸਿਕ ਪੀੜਾ ਨੂੰ ਦਰਸਾਉਣ ਵਾਸਤੇ ਉੱਪਰੋਂ ਇਹ ਕਦੀ ਨਹੀਂ ਕਹੇਗਾ ਕਿ ਮੈਂ ਪਹਿਲਾਂ ਉਹਨਾਂ ਸ਼ਬਦਾਂ, ਸੋ ਉਹ ਆਪਣੇ ਸ਼ਬਦ ਵੀ ਵਰਤ ਸਕਦਾ। ਅਕਾਲ ਪੁਰਖ ਜਦੋਂ ਇੱਕ ਜਗਿਆਸੂ ਦੀ ਅਰਦਾਸ ਸੁਣਦਾ ਹੈ, ਉਦੋਂ ਉਹਦੇ ਸ਼ਬਦਾਂ ਵੱਲ ਉਹਦਾ ਨਹੀਂ ਹੁੰਦਾ, ਇਹ ਸਾਡੀ ਗੁਰਮਤਿ ਹੈ। ਉਦੋਂ ਉਹਦੀ ਭਾਵਨਾ ਦੇ ਵੱਲ ਉਹਦਾ ਧਿਆਨ ਹੈ। ਅਸੀਂ ਕਿਸ ਭਾਵਨਾ ਦੇ ਤਹਿਤ ਅਰਦਾਸ ਕਰਦੇ ਹਾਂ, ਅਸੀਂ ਉਸ ਵਕਤ ਕਿਸੇ ਤਰ੍ਹਾਂ ਦੇ ਵੀ ਸ਼ਬਦ ਵਰਤ ਸਕਦੇ ਹਾਂ। ਮੰਨ ਲਓ ਮੈਂ ਕੋਈ ਕੰਮ ਕਰ ਰਿਹਾ ਜੀ, ਮੈਂ ਜ਼ਮੀਨ ਦੇ ਵਿੱਚ ਹਾਂ, ਮੈਂ ਦੁਕਾਨ ਦੇ ਉੱਪਰ ਬੈਠਾ, ਮੈਂ ਗੱਡੀ ਦੇ ਉੱਪਰ ਬੈਠਾ, ਮੈਂ ਉਸ ਵਕਤ ਇਹ ਨਹੀਂ ਕਹਾਂਗਾ ਸਭ ਤੋਂ ਪਹਿਲਾਂ ਖਲੋ ਕੇ ਸਿਰ ਕੱਜ ਕੇ ਤੇ ਮੈਂ ਆਪਣੇ ਪੰਥਕ ਅਰਦਾਸ ਨੂੰ ਪਹਿਲ ਦੇ ਕੇ, ਉਸੇ ਤਰ੍ਹਾਂ ਵੈਸੇ ਸਾਨੂੰ ਕਰਨੀ ਚਾਹੀਦੀ, ਵਿੱਚ ਕੋਈ ਸ਼ੱਕ ਨਹੀਂ। ਪਰ ਜੇਕਰ ਸਾਡੇ ਕੋਲ ਉਹ ਪੂਰੀ ਤਿਆਰੀ ਨਹੀਂ ਹੈ ਤੇ ਅਸੀਂ ਜਿਸ ਵੀ ਭਾਵਨਾ ਦੇ ਨਾਲ ਜਿਹੜੇ ਵੀ ਸ਼ਬਦ ਅਕਾਲ ਪੁਰਖ ਦੇ ਕੋਲ ਉਹਨਾਂ ਦੇ ਗੋਚਰੇ ਰੱਖਾਂਗੇ, ਉਹ ਸਾਡੇ ਸ਼ਬਦ ਜਿਹੜੇ ਬਿਲਕੁਲ ਪ੍ਰਵਾਨ ਜੀ। ਸੋ ਅਸੀਂ ਕਿਸੇ ਵੀ ਸ਼ਬਦਾਂ ਦੇ ਵਿੱਚ ਇੰਡੀਵਿਜੂਅਲ ਤੌਰ ਤੇ, ਵਿਅਕਤੀਗਤ ਤੌਰ ਤੇ ਅਰਦਾਸ ਹੈ ਉਹ ਅਸੀਂ ਕਰ ਸਕਦੇ ਹਾਂ, ਉਹਨਾਂ ਦੇ ਆਪਣੇ ਸ਼ਬਦ ਹੁੰਦੇ ਹਾਂ। ਤੇ ਕਿ ਅਰਦਾਸ ਅਸੀਂ ਮਤਲਬ ਕਦੋਂ ਕਰ ਸਕਦੇ ਹਾਂ? ਵੇਖੋ ਜੀ, ਅਰਦਾਸ ਦਾ ਕੋਈ ਸਮਾਂ ਨਹੀਂ ਹੈ। ਅਰਦਾਸ ਗੁਰੂ ਸਾਹਿਬ ਦਾ ਇੱਕ ਬਚਨ ਹੈ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਨਾ ਅਰਦਾਸ ਦਾ ਕੋਈ ਸਮਾਂ ਹੈ, ਨਾ ਨਾਮ ਦਾ ਕੋਈ ਸਮਾਂ ਹੈ, ਨਾ ਕੋਈ ਬਾਣੀ ਦਾ ਸਮਾਂ ਹੈ। ਸੋ ਅਸੀਂ ਜਿਸ ਵਕਤ ਵੀ ਆਪਣਾ ਨਾਤਾ ਅਕਾਲ ਪੁਰਖ ਨਾਲ ਜੋੜਦੇ ਹਾਂ, ਸਾਡੇ ਅੰਦਰ ਦੀ ਬਿਹਬਲਤਾ ਨੂੰ ਉਜਾਗਰ ਕਰਕੇ, ਆਪਣੇ ਦਿਲ ਦੀ ਪੀੜਾ ਨੂੰ, ਆਪਣੇ ਦਿਲ ਦੀ ਖੁਸ਼ੀ ਨੂੰ, ਚੈਨ ਨੂੰ, ਦੁੱਖ ਨੂੰ ਰੱਬ ਅੱਗੇ, ਖੁਦਾ ਅੱਗੇ, ਵਾਹਿਗੁਰੂ ਅੱਗੇ ਰੱਖਦੇ ਹਾਂ,
ਅਸੀਂ ਚਾਹੇ ਮੰਜੇ ਤੇ ਲੰਮੇ ਪਏ ਹਾਂ, ਅਸੀਂ ਲੰਮੇ ਪਏ ਹੋਏ ਅਰਦਾਸ ਕਰ ਸਕਦੇ ਹਾਂ, ਚਾਹੇ ਰਾਤ ਦਾ ਸਮਾਂ, ਚਾਹੇ ਦਿਨ ਦਾ, ਚਾਹੇ ਦੁਪਹਿਰ ਦਾ ਸਮਾਂ, ਚਾਹੇ ਅੰਮ੍ਰਿਤ ਵੇਲੇ ਦਾ, ਅਸੀਂ ਜਦ ਵੀ ਚਾਹੇ ਆਪਣਾ ਅਰਦਾਸ ਕਰ ਸਕਦੇ ਹਾਂ। ਅਰਦਾਸ ਕਾਲ ਦੇ ਵੱਧ ਦੇ ਵਿੱਚ ਨਹੀਂ ਹੈ, ਅਰਦਾਸ ਅਸੀਮ ਹੈ। ਸੋ ਅਰਦਾਸ ਕਾਲ ਤੋਂ ਮੁਕਤ ਹੈ। ਖਾਸ ਕਰਕੇ ਜਿਹੜੀ ਸਿੱਖ ਮੱਤ ਦੀ ਅਰਦਾਸ ਹੈ, ਇਹਦਾ ਘੇਰਾ ਬਹੁਤ ਵਿਸ਼ਾਲ ਹੈ। ਇਹਨੂੰ ਅਸੀਂ ਸਮੇਂ ਦੇ ਨਾਲ ਨਹੀਂ ਲਿਬਰੇਜ ਕਰ ਸਕਦੇ। ਇਹ ਆਜ਼ਾਦ ਹੈ, ਇਹ ਸਾਡੀ ਭਾਵਨਾ ਦੇ ਨਾਲ ਜੁੜੀ ਹੈ ਤੇ ਭਾਵਨਾ ਸਮੇਂ ਕਾਲ ਦੇ ਵਿੱਚ ਨਹੀਂ ਹੁੰਦੀ। ਬਿਲਕੁਲ। ਇਹ ਅਜੋਕੇ ਦੌਰ ਸਾਡੇ ਬਹੁਤੇ ਵਿਦਵਾਨ ਜਿਹੜੇ ਨੇ, ਹਾਂਜੀ, ਉਹਨਾਂ ਨੇ ਮੰਨ ਲਓ ਸੰਸਾਰੀ ਲੋੜਾਂ ਨੂੰ ਲੈ ਕੇ ਕੀਤੀਆਂ ਹੋਈਆਂ ਅਰਦਾਸਾਂ ਜਿਹੜੀਆਂ ਨੇ, ਉਹਨਾਂ ਸੰਬੰਧੀ ਆਪਣੇ ਜਿਹੜੇ ਨੇ ਵਿਊ ਦਿੱਤੇ ਹੋਏ ਨੇ। ਹਾਂਜੀ। ਤੇ ਮੰਨਿਆ ਜਾਂਦਾ ਹੈ ਵੀ ਸੰਸਾਰਿਕ ਲੋੜਾਂ ਲਈ ਵੀ ਅਸੀਂ ਅਰਦਾਸ ਕਰ ਸਕਦੇ ਹਾਂ, ਜਾਂ ਕੇਵਲ ਪਰਮਾਤਮਾ ਦੀ ਪ੍ਰਾਪਤੀ ਲਈ, ਭਗਤੀ ਲਈ, ਬੰਦਨਾ ਲਈ, ਨਾਮਦਾਤ ਲਈ, ਜੇ ਮੰਨ ਲਓ ਕਿਸੇ ਧੀ ਪੁੱਤ ਲਈ, ਨੌਕਰੀ ਲਈ, ਜਾਂ ਛੋਟੇ ਬੱਚੇ ਆਪਣੀ ਪੜ੍ਹਾਈ ਲਈ, ਮਤਲਬ ਇਹ ਅਰਦਾਸ ਦਾ ਜਿਹੜਾ ਇਹ ਮੰਨ ਲਓ ਮੁੱਖ ਵਿਸ਼ਾ ਕੀ ਹੋ ਸਕਦਾ ਵੀ ਕਿਹਦੇ ਲਈ ਅਰਦਾਸ ਕੀਤੀ ਜਾ ਸਕਦੀ ਹੈ? ਅਸਲ ਦੇ ਵਿੱਚ ਅਰਦਾਸ ਦੀ ਜਿਹੜੀ ਭਾਵਨਾ ਆਪਾਂ ਜਿਹੜੀ ਵਿਚਾਰ ਕਰ ਰਹੇ ਹਾਂ ਭਾਈ ਸਾਹਿਬ ਜੀ, ਅਸੀਂ ਗੁਰਮਤਿ ਦੇ ਅਨੁਸਾਰ ਅਰਦਾਸ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਗੁਰਮਤਿ ਇਸ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ, ਐਨਾਲਾਈਜ਼ਿੰਗ ਕਰਦੀ ਹੈ, ਇਸ ਚੀਜ਼ ਦੀ ਵਿਸ਼ਲੇਸ਼ਣਤਾ ਕਰਦੀ ਹੈ ਗੁਰਮਤਿ, ਕਿ ਜਿੱਥੇ ਆਪਾਂ ਅਰਦਾਸ ਅਧਿਆਤਮਿਕ ਰਸਤੇ ਦੇ ਵਾਸਤੇ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ, ਜਿਵੇਂ ਇੱਕ ਤੁਕ ਆਉਂਦੀ ਹੈ ਬਾਣੀ ਦੇ ਵਿੱਚ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਵੇਖੋ। ਇਹ ਇੱਕ ਅਰਦਾਸ ਦਾ ਸਰੂਪ ਹੈ ਵੀ ਮੈਨੂੰ ਤੇਰਾ ਨਾਮ ਨਾ ਵਿਸਰੇ, ਮੇਰੇ ਅੰਦਰ ਇਹ ਚਾਅ ਆ। ਫਿਰ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਅਰਦਾਸ ਕਰਨ ਦੀ ਵਿਧੀ ਵੀ ਦੱਸੀ ਹੈ, ਜਿਹੜਾ ਤੁਸੀਂ ਸ਼ਬਦ ਵਰਤਿਆ ਸੀ ਵਿਧੀ, ਉਹਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਦੋਏ ਕਰ ਜੋੜ ਕਰੋ ਅਰਦਾਸ। ਸਾਨੂੰ ਹੁਕਮ ਹੈ ਕਿ ਅਸੀਂ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਗੁਰੂ ਦੇ ਅੱਗੇ ਝੁਕ ਕੇ ਅਰਦਾਸ ਕਰਨੀ। ਦੋਏ ਕਰ ਜੋੜ ਕਰੋ ਅਰਦਾਸ, ਤੋਂ ਭਾਵੇ ਤਾਂ ਆਣੇ ਰਾਲ। ਇਹ ਵੀ ਸਾਨੂੰ ਪਤਾ ਵੀ ਜੇ ਉਹਨੂੰ ਭਾ ਗਿਆ ਤਾਂ ਅਰਦਾਸ ਰਾਸ ਆਵੇਗੀ, ਉਹਦੀ ਮਰਜ਼ੀ ਹੈ। ਸਾਡਾ ਕਰਮ ਹੈ ਬੰਦਗੀ ਕਰਨਾ, ਸਾਡਾ ਕਰਮ ਹੈ ਅਰਦਾਸ ਕਰਨਾ। ਪਰ ਸਿੱਖ ਇਹ ਜਿੱਦ ਨਹੀਂ ਹੋ ਸਕਦਾ, ਬਜਿੱਦ ਦੇ ਵਿੱਚ ਨਹੀਂ ਟਿਕ ਸਕਦਾ ਕਿ ਜੋ ਮੈਂ ਅਰਦਾਸ ਕੀਤੀ ਹੈ ਬਿਲਕੁਲ ਪੂਰੀ ਹੋਵੇ। ਮਹਾਰਾਜ ਦਾ ਇੱਕ ਬਚਨ ਆਉਂਦਾ ਹੈ ਅਰਸਾ ਕੀ ਵਾਰ ਦੇ ਵਿੱਚ, ਸਾਹਿਬ ਤੁਠੇ ਜੋ ਮਿਲੇ ਨਾਨਕ ਸਾਹਿਬ ਕਰਾਂਗਾ, ਹਨਾ ਆਪਾਂ ਅਕਸਰ ਸੁਣਦੇ ਹਾਂ। ਅਰਦਾਸ ਜਿਹੜੀ ਅਧਿਆਤਮਿਕ ਰਸਤੇ ਵਾਸਤੇ ਵੀ ਕੀਤੀ ਜਾ ਸਕਦੀ ਹੈ, ਅਧਿਆਤਮਿਕ ਮੰਗ ਵਾਸਤੇ ਵੀ ਕੀਤੀ ਜਾ ਸਕਦੀ, ਬਿਲਕੁਲ ਕੀਤੀ ਹੈ ਪਾਤਸ਼ਾਹ ਜੀ ਨੇ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਮਹਾਰਾਜ ਨੇ ਇਹਦੇ ਮਤਲਬ ਸਾਨੂੰ ਇਸ ਜਗ੍ਹਾ ਤੇ ਟਿਕਾ ਨਹੀਂ ਦਿੱਤਾ, ਇਸ ਦਾਇਰੇ ਦੇ ਵਿੱਚ ਰੋਕ ਨਹੀਂ ਦਿੱਤਾ। ਅਸੀਂ ਅਰਦਾਸ ਆਪਣੀ ਨਿੱਜੀ ਲੋੜਾਂ ਵਾਸਤੇ ਵੀ ਬਿਲਕੁਲ ਕਰ ਸਕਦੇ ਹਾਂ। ਦੇਖੋ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਮਾਤਾ ਗੰਗਾ ਜੀ ਗੁਰੂ ਅਰਜਨ ਪਾਤਸ਼ਾਹ ਜੀ ਪਾਸ ਜਾਂਦੇ ਨੇ ਜੀ, ਸਵਾਮੀ ਜੀ ਕਿਰਪਾ ਕਰੋ, ਬਹੁਤ ਸਮਾਂ ਹੋ ਗਿਆ ਹੈ, ਬੱਚੇ ਦੀ ਦਾਤ, ਬਾਲਕ ਦੀ ਦਾਤ, ਬੱਚੀ ਦੀ ਦਾਤ ਚਾਹੀਦੀ ਹੈ। ਦਿਲ ਕਰਦਾ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਛੋਟਾ ਬਾਲਕ ਖੇਡੇ। ਉਸ ਅਰਦਾਸ ਦੀ ਪੂਰਤੀ ਵਾਸਤੇ ਪਾਤਸ਼ਾਹ ਜੀ ਆਪ ਕਹਿੰਦੇ ਨੇ, ਜੇਕਰ ਤੁਹਾਡੇ ਮਨ ਦੀ ਮਨਸਾ ਹੈ ਤਾਂ ਤੁਸੀਂ ਇਹ ਕਾਰਜ ਬਹੁਤ ਉੱਚ ਕਰਨੀ ਦੇ ਮਾਲਕ ਗੁਰਸਿੱਖ ਬਾਬਾ ਬੁੱਢਾ ਜੀ ਪਾਸ ਜਾਓ। ਫਿਰ ਉਹਨਾਂ ਕੋਲ ਜਾ ਕੇ ਮਾਤਾ ਗੰਗਾ ਜੀ ਦੀ ਕੋ ਅਰਦਾਸ ਕਰਵਾਉਂਦੇ ਨੇ। ਸੋ ਉਹ ਦੇਖੀ ਇੱਕ ਪਰਪੇਖ, ਤਾਂ ਉਹ ਇੱਕ ਦੁਨਿਆਵੀ ਪਰਪੇਖ, ਇੱਕ ਬੱਚੇ ਦੀ ਮੰਗ ਹੈ। ਇੱਕ ਸਾਡੇ ਕੋਲ ਇਹ ਉਦਾਹਰਨ ਹੈ। ਦੂਸਰੀ ਉਦਾਹਰਨ ਸਾਡੇ ਕੋਲ ਇਹ ਹੈ ਕਿ ਭਗਤ ਧੰਨਾ ਜੀ ਨੇ, ਕਈ ਭਗਤ ਸਾਹਿਬਾਨਾਂ ਨੇ ਜਿਹੜੀ ਅਕਾਲ ਪੁਰਖ ਅੱਗੇ ਗੁਹਾਰ ਲਾਈ ਹੈ, ਜਿਵੇਂ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਦੀਓ, ਪਣੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਦ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਹੁਣ ਦੇਖੋ ਇਹਦੇ ਵਿੱਚ ਘਰ ਦੇ ਵਿੱਚ ਵਰਤੋਂ ਵਾਲੀਆਂ ਜਿੰਨੀਆਂ ਚੀਜ਼ਾਂ ਸਾਰੀਆਂ ਭਗਤ ਜੀ ਨੇ ਦੱਸ ਦਿੱਤੀਆਂ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਸਪਸ਼ਟ ਰੂਪ ਦੇ ਵਿੱਚ। ਫਿਰ ਨਿੱਜੀ ਅਰਦਾਸ ਹੈ ਵੀ ਮੈਨੂੰ ਅਕਾਲ ਪੁਰਖ ਰੱਬ ਜੀ ਨੂੰ ਕਿਹਾ ਵੀ ਪਿਆਰੇ ਰੱਬ ਜੀ, ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਮੈਨੂੰ ਇੱਕ ਸੋਹਣੀ ਘਰ ਵਾਲੀ ਚਾਹੀਦੀ, ਜਿਹੜੀ ਸਿਆਣੀ ਤੇ ਬਹੁਤ ਘਰ ਨੂੰ ਵਧੀਆ ਤਰੀਕੇ ਨਾਲ ਸਾਂਭਣ ਵਾਲੀ ਹੋਵੇ। ਮੈਨੂੰ ਇੱਕ ਚੰਗੀ ਵਸ਼ੀਰੀ ਘੋੜੀ ਚਾਹੀਦੀ ਹੈ ਮੇਰੇ ਆਉਣ ਜਾਣ ਦੀ ਸਵਾਰੀ ਵਾਸਤੇ। ਅੱਜ ਵੀ ਅਸੀਂ ਗੱਡੀ ਮੰਗਣੀ ਹੋਵੇ ਅਕਾਲ ਪੁਰਖ ਅੱਗੇ ਅਰਦਾਸ ਕਰ ਸਕਦੇ ਹਾਂ। ਸੋ ਸਾਨੂੰ ਪੰਥਕ ਤੌਰ ਤੇ, ਅਧਿਆਤਮਿਕ ਤੌਰ ਤੇ, ਇੰਡੀਵਿਜੂਅਲ ਤੌਰ ਤੇ ਇਕੱਲਿਆਂ ਜਿਹੜੀ ਸਾਡੀਆਂ ਪਰਸਨਲੀ ਮੰਗਾਂ ਹੈ, ਤਾਂ ਕਿਉਂਕਿ ਵੇਖੋ ਅਕਾਲ ਪੁਰਖ ਨੂੰ ਇੱਛਾ ਪੁਰਖ ਕਿਹਾ ਗਿਆ ਜੀ। ਇੱਛਾ ਪੂਰਕ ਦਾ ਮਤਲਬ ਵੀ ਜੋ ਅਸੀਂ ਉਹਦੇ ਕੋਲ ਚਾਹਾਂਗੇ ਉਹ ਸਾਡੀ ਇੱਛਾ ਪੂਰੀ ਕਰਦਾ। ਸੋ ਅਸੀਂ ਨਿੱਜੀ ਦੁਨੀਆ ਦੀ ਮੰਗ ਜਿਹੜੀ ਉਹ ਵੀ ਰੱਖ ਸਕਦੇ ਹਾਂ ਤੇ ਨਾਮ ਦੀ ਮੰਗ ਵੀ ਜਿਹੜੀ ਰੱਖ ਸਕਦੇ ਹਾਂ। ਵੈਸੇ ਜਿਹੜੀ ਸਰਮੌਰ ਅਰਦਾਸ ਦੇ ਵਿੱਚ ਮੰਗ ਮੰਗੀ ਹੈ, ਵੇਖੋ ਸਾਡੇ ਪੰਥ ਦੇ ਸਿਆਣਿਆਂ ਨੇ ਇੱਕ ਬੰਦ ਬਣਾਇਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਉਹਦੇ ਵਿੱਚ ਜਿਹੜਾ ਸਿਰੇ ਦਾ ਦਾਨ ਮੰਗਿਆ, ਜਿਹੜਾ ਸਰਮੌਰ ਸ਼੍ਰੋਮਣੀ ਦਾਨ ਹੈ, ਉਹ ਨਾਮ ਦਾਨ ਹੈ। ਪਾਤਸ਼ਾਹ ਜੀ ਨੇ ਵੀ ਕਿਹਾ ਵੀ ਅਸੀਂ ਮੰਗਾਂ ਅਕਾਲ ਪੁਰਖ ਦੇ ਕੋਲੋਂ ਬਹੁਤ ਮੰਗ ਸਕਦੇ ਹਾਂ, ਪਰ ਸਭ ਤੋਂ ਸਰਮੌਰ ਮੰਗ ਕਿਹੜੀ ਹੈ? ਮੰਗਣਾ ਮੰਗਣ ਨੀਕਾ, ਹਾਰ ਜਸ ਗੁਰ ਤੇ ਮੰਗਣਾ। ਵੀ ਅਸੀਂ ਇੱਕੋ ਰੱਬ ਦੇ ਕੋਲੋਂ ਨਾ ਮੰਗਣਾ। ਦੇਖੋ ਇੱਕ ਪਾਤਸ਼ਾਹ ਜੀ ਨੇ ਹੋਰ ਬੜਾ ਕਮਾਲ ਦਾ ਬਚਨ ਕੀਤਾ। ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਕਿ ਅਸੀਂ ਦੁਨਿਆਵੀ ਮੰਗ ਸਕਦੇ ਹਾਂ। ਪਾਤਸ਼ਾਹ ਜੀ ਨੇ ਕਹਿਤਾ, ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ।
ਪਰ ਜੇ ਸਾਡਾ ਧਿਆਨ ਬਿਲਕੁਲ ਦੁਨਿਆਵੀ ਵਸਤਾਂ ਦੇ ਉੱਤੇ ਨਿਰਭਰ ਹੋ ਗਿਆ ਵੀ ਸਾਨੂੰ ਗੱਡੀਆਂ ਚਾਹੀਦੀਆਂ, ਸਾਨੂੰ ਬਾਹਰ ਵਿਦੇਸ਼ਾਂ ਦੀ ਯਾਤਰਾ ਚਾਹੀਦੀ ਹੈ, ਸਾਨੂੰ ਘੁੰਮਣ ਫਿਰਨ, ਸਾਡੇ ਰੁਤਬੇ ਉੱਚੇ ਚਾਹੀਦੇ, ਸਾਨੂੰ ਵਡਿਆਈ ਚਾਹੀਦੀ, ਪਾਤਸ਼ਾਹ ਕਹਿੰਦੇ ਮਿਲ ਜ਼ਰੂਰ ਸਕਦਾ ਹੈ, ਪਰ ਇਹ ਮੰਗਾਂ ਦੇ ਨਾਲ ਇਹ ਨਹੀਂ ਵੀ ਅਕਾਲ ਪੁਰਖ ਤੁਹਾਨੂੰ ਨਾ ਕਰੇਗਾ, ਮਨਾ ਕਰੇਗਾ, ਮਿਲੇਗਾ ਜ਼ਰੂਰ। ਪਰ ਜਿਉਂ-ਜਿਉਂ ਅਸੀਂ ਇਹ ਜ਼ਿਆਦੀਆਂ ਮੰਗਾਂ ਮੰਗਾਂਗੇ, ਸਾਡੀ ਅਧਿਆਤਮਿਕ ਜਿਹੜੀ ਮੌਤ ਉਹ ਬਹੁਤ ਨੇੜੇ ਹੈ। ਅਸੀਂ ਬਹੁਤਾ ਸਮਾਂ ਅਧਿਆਤਮਿਕ ਤੌਰ ਤੇ ਜਿਉਂਦੇ ਨਹੀਂ ਰਹਿ ਸਕਦੇ। ਸੋ ਅਸੀਂ ਮੰਗਣੀ ਹੈ, ਪਰ ਮੰਗ ਸਾਰੀ ਮੰਗਣ ਤੋਂ ਬਾਅਦ ਜਿਹੜੀ ਸਰਮੌਰ ਮੰਗ ਉਹ ਅਸੀਂ ਕਦੇ ਨਹੀਂ ਵਿਸਾਰਨੀ। ਤੇ ਸਾਨੂੰ ਪਾਤਸ਼ਾਹ ਦੀ ਨਾਮ ਦੀ ਜਿਹੜੀ ਮੰਗ ਹੈ ਉਹ ਜ਼ਰੂਰ ਸਾਡੀ ਝੋਲੀ ਦੇ ਵਿੱਚ ਪਾਓ ਜੀ। ਬਿਲਕੁਲ। ਇਹ ਤੁਸੀਂ ਜ਼ਿਕਰ ਕੀਤਾ ਵੀ ਇੱਕ ਬੰਦ ਆਇਆ, ਹਾਂਜੀ, ਇੱਕ ਬੰਦ ਸੀ। ਇਹ ਪੂਰੇ ਬੰਦ ਜਿਹੜੇ ਨੇ ਪੰਥਕ ਅਰਦਾਸ ਜਿਹੜੀ ਬਣਾਈ ਗਈ ਹੈ, ਹਾਂਜੀ, ਤੇ ਉਹ ਬੰਦ ਕਦੋਂ ਮੰਨ ਲਓ ਇਹ ਅਰਦਾਸ ਦੇ ਅੰਗ ਬਣਦੇ ਗਏ, ਕਦੋਂ ਅਰਦਾਸ ਦੇ ਨਾਲ ਜੁੜਦੇ ਗਏ? ਦੇਖੋ ਜੀ, ਜਿਹੜਾ ਪਹਿਲਾ ਬੰਦ ਆਪਾਂ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਠੀਕ ਹੈ ਜੀ। ਇਹ ਬੰਦ ਮੈਂ ਪੜ੍ਹ ਰਿਹਾ ਸੀ, ਇਹਦੇ ਬਾਰੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ ਹੈ ਕਿ ਭਾਈ ਮਣੀ ਸਿੰਘ ਜੀ ਦੇ ਵੇਲੇ ਇਹ ਬੰਦ ਜਿਹੜਾ ਸੰਪੂਰਨ ਰੂਪ ਦੇ ਵਿੱਚ ਤਿਆਰ ਹੋ ਚੁੱਕਾ ਸੀ, ਪੰਥ ਵੱਲੋਂ ਸਾਂਝੇ ਰੂਪ ਦੇ ਵਿੱਚ। ਉਸ ਵਕਤ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨਾਉਣ ਤੇ ਆਵੇ ਤਾਏ, ਇਹ ਇੱਥੋਂ ਤੱਕ ਬੰਦ ਸੀ ਜੀ। ਬਿਲਕੁਲ ਇੱਥੋਂ ਤੱਕ ਬੰਦ ਸੀ। ਫਿਰ ਇਹ ਗੁਰੂ ਗੋਬਿੰਦ ਸਿੰਘ ਵੇਲੇ ਤੱਕ ਇਹ ਇੰਨੀ ਅਰਦਾਸ ਜਿਹੜੀ ਉਹ ਤਿਆਰ ਹੋ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਂਦੇ ਨੇ, ਉਹਨਾਂ ਤੋਂ ਬਾਅਦ ਜਿਹੜਾ ਇੱਕ ਤੋਕੇ ਆ ਨਾ, ਉਹ ਪੰਥ ਨੇ ਸਾਂਝੇ ਰੂਪ ਦੇ ਵਿੱਚ ਉਸੇ ਤਰ੍ਹਾਂ ਹੀ ਜਿਹੜੀ ਉਹ ਦਰਜ ਕਰ ਦਿੱਤੀ, ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੰਦਰਭ ਦੇ ਵਿੱਚ ਲਿਖੀ ਹੋਈ ਹੈ। ਜਿਵੇਂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਿਮਰਿਆ ਘਰ ਨਾਉਣ ਤੇ ਆਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਭ ਥਾਈ ਹੋਏ ਸਹਾਏ। ਇੱਥੋਂ ਤੱਕ ਜਿਹੜੀ ਗੁਰੂ ਸਾਹਿਬਾਨਾਂ ਦੇ ਨੇੜ ਦੇ ਸਮੇਂ ਦੇ ਵਿੱਚ ਬਿਲਕੁਲ ਅਰਦਾਸ ਤਿਆਰ ਹੋ ਚੁੱਕੀ ਸੀ। ਪਰ ਇਹਦਾ ਜੇਕਰ ਆਪਾਂ ਅਧਿਆਨ ਦੇ ਵਿੱਚ ਸਪੈਸੀਫਿਕ ਕੋਈ ਟਾਈਮ, ਕੋਈ ਖਾਸ ਤੌਰ ਤੇ ਵਕਤ ਲੱਭੀਏ ਕਿ ਇਹ ਅਰਦਾਸ ਇਸ ਤਰੀਕ ਨੂੰ, ਇਸ ਡੇਟ ਨੂੰ ਲਿਖੀ ਗਈ ਜਾਂ ਪੰਥ ਨੇ ਤਿਆਰ ਕੀਤੀ, ਤਾਂ ਸਾਨੂੰ ਉਹਦੀ ਕੋਈ ਢੁਕਵੀਂ ਜਿਹੜੀ ਡੇਟ ਹੈ ਜਾਂ ਤਰੀਕ ਹੈ ਜਾਂ ਸਾਲ ਉਹ ਮਿਲਦਾ ਨਹੀਂ। ਇਹ ਸਮੇਂ ਦੇ ਨਾਲ ਜਿਹੜੇ ਬੰਦ ਜੁੜਦੇ ਗਏ। ਜਿਵੇਂ ਕਿ ਤੁਹਾਨੂੰ ਨਾਲ ਮੈਂ ਉਦਾਹਰਨ ਸਾਂਝੀ ਕਰਦਾ, ਜਦੋਂ 1947 ਦੇ ਵਿੱਚ 1947 ਚ ਭਾਰਤ ਨਾਲੋਂ ਪਾਕਿਸਤਾਨ ਦੀ ਵੰਡ ਹੁੰਦੀ ਹੈ, ਪੰਥ ਨੇ ਫਿਰ ਉਹ ਸ਼ਬਦ ਜਿਹੜੇ ਵਿੱਚ ਦਰਜ ਕੀਤੇ ਸੀ, ਉਹ 47 ਤੋਂ ਬਾਅਦ ਦੇ ਸ਼ਬਦ ਨੇ ਵੀ ਸਾਨੂੰ ਗੁਰੂ ਸਾਹਿਬਾਨਾਂ ਜਿਹੜੇ ਵਿਛੜੇ ਗੁਰਧਾਮ ਨੇ, ਉਹਨਾਂ ਦੇ ਨਾਲ ਪਾਤਸ਼ਾਹ ਕਿਰਪਾ ਕਰੋ, ਉਹਨਾਂ ਦੀ ਸੇਵਾ ਜਿਹੜੀ ਪੰਥ ਨੂੰ ਬਖਸ਼ੋ, ਭਾਵ ਸਾਡਾ ਪੰਥ ਦਾ ਜਿਹੜਾ ਭੂਗੋਲਿਕ ਖੇਤਰ ਆ ਉਹ ਵੀ ਟੁੱਟਾ ਨਾ ਰਹੇ, ਉਹ ਵੀ ਇੱਕ ਰਹੇ। ਸੋ ਇਹਦਾ ਮਤਲਬ ਇਹ ਨਹੀਂ ਕਿ ਅਰਦਾਸ ਜਿਹੜੀ ਪੰਥ ਨੇ ਅੱਜ ਬਣਾ ਦਿੱਤੀ ਹੈ, ਇਹ ਬਿਲਕੁਲ ਇਹਦਾ ਇੱਕ ਜਿਹੜਾ ਰੂਪ ਹੈ ਇਹ ਗਾਂਹ ਤੱਕ ਚੱਲੇਗਾ। ਦੇਖੋ, ਜਿਵੇਂ ਸਾਡੀ ਪੰਥ ਦੇ ਵਿੱਚ, ਸਾਡੀ ਕੌਮ ਦੇ ਵਿੱਚ ਬਦਲਾਅ ਆਉਣਗੇ, ਪੰਥ ਉਸ ਦੇ ਹਿਸਾਬ ਦੇ ਨਾਲ ਅਰਦਾਸ ਦੇ ਸ਼ਬਦਾਂ ਦੇ ਵਿੱਚ, ਅਰਦਾਸ ਦੇ ਬੰਦਾਂ ਦੇ ਵਿੱਚ ਬਦਲਾਅ ਕਰੇਗਾ। ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਸਾਡੇ ਤੇ ਕਿਰਪਾ ਹੈ ਕਿ ਜਿਹੜੀ ਇਹਦੇ ਵਿੱਚ ਜਿਹੜਾ ਪਹਿਲਾ ਬੰਦ ਆ ਉਹ ਅਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ। ਜਿੰਨੇ ਪਹਿਲੇ ਬੰਦ ਸਿੱਖਾਂ ਨੂੰ ਸਿੱਖੀ ਦਾਣ ਵਾਲੇ ਜਿਹੜੇ ਬੰਦ ਤੱਕ ਆ ਉਹ ਨਹੀਂ ਅਸੀਂ ਬਦਲ ਸਕਦੇ। ਉਦੋਂ ਅੱਗੇ ਜਿਹੜੇ ਬੰਦ ਆ ਉਹ ਜਿਵੇਂ ਕੌਮ ਨੂੰ ਲੋੜ ਹੋਵੇਗੀ, ਜਿਵੇਂ ਕੌਮ ਸਾਡੀ ਬਹੁਤ ਸਿਆਣੀ ਹੈ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਗੁਰਮਤਿ ਦੀ ਸੋਝੀ ਹੈ, ਤਿਵੇਂ ਅਰਦਾਸ ਦੇ ਨਾਲ ਜਿਹੜੀ ਉਹ ਵਿਚਾਰ ਹੋਵੇਗੀ। ਇੱਕ ਪਿਛਲੇ ਦਿਨੀ ਬਾਬਾ ਜੋਨੀ ਜੀ ਨੇ ਇੱਕ ਦੀਵਾਨ ਦੇ ਦੌਰਾਨ ਕਿਹਾ ਸੀ, ਹਾਂਜੀ, ਵੀ ਉਹ ਬੱਕਰਾਂ ਦੀ ਬੜੀਆਂ ਅਰਦਾਸਾਂ ਕਰਦਾ, ਹਾਂਜੀ, ਤੇ ਜੀਵ ਜੰਤੂ ਵੀ ਅਰਦਾਸ ਕਰਦੇ ਆ ਜੀ, ਹਾਂਜੀ। ਤੇ ਇਹਦੇ ਬਾਰੇ ਤੁਸੀਂ ਕੀ ਮੰਨ ਲਓ, ਜਿਵੇਂ ਬਾਬਾ ਜੋਨੀ ਜੀ ਨੇ ਕਿਹਾ ਵੀ ਉਹਦੀਆਂ ਵੀ ਅਰਦਾਸਾਂ ਹੁੰਦੀਆਂ ਨੇ, ਫਿਰ ਉਹ ਜਿਹੜਾ ਵੀ ਮੰਨ ਲਓ ਜੀਵ ਜੰਤੂ ਹੋਰ ਵੀ ਪੰਛੀ ਜਿਹੜੇ ਨੇ, ਬੜੀਆਂ ਉਦਾਹਰਨਾਂ ਸਾਨੂੰ ਕਈ ਵਿਦਵਾਨ ਸੱਜਣ ਦਿੰਦੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਵੀ ਸਭ ਜੀਵ ਜੰਤੂ, ਪੰਛੀ, ਬਨਸਪਤੀ ਸਭ ਅਰਦਾਸ ਕਰਦੇ? ਅਸਲ ਦੇ ਵਿੱਚ ਵੇਖੋ ਜੀ ਭਾਈ ਸਾਹਿਬ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ, ਕਿਉਂਕਿ ਜਦੋਂ ਦੇਖੋ ਬੱਕਰੇ ਨੂੰ ਝਟਕਾਇਆ ਜਾਂਦਾ ਹੈ ਤਾਂ ਉਹਦੇ ਝਟਕਾਇਆ ਜਾਂਦਾ, ਜਾਂ ਉਹਦੇ ਤੋਂ ਪਹਿਲਾਂ ਵੀ ਜਦੋਂ ਥੋੜਾ ਕਿਸੇ ਵੀ ਜੀਵ ਜੰਤੂ ਨੂੰ, ਪੰਛੀ ਨੂੰ ਤੁਸੀਂ ਡਰਾਓ ਤੇ ਉਹ ਮੈਂ ਕਰਦਾ ਵੀ ਉਹ ਗੁਹਾਰ ਲਾਉਂਦਾ ਵੀ ਮੈਂ ਬਚ ਜਾਵਾਂ। ਸੱਪ ਵੀ ਚਾਹੇ ਕਿੰਨਾ ਜ਼ਹਿਰੀਲਾ ਹੋਵੇ, ਜਦੋਂ ਉਹਨੂੰ ਡਰ ਪੈਦਾ ਹੋ ਜਾਏ ਉਹਨੂੰ ਮਿਲਦਾ ਵੀ ਮੈਂ ਬਚ ਜਾਵਾਂ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਵਿਚਾਰਵਾਨਾਂ ਦਾ ਵੀ ਉਹ ਵੀ ਅਰਦਾਸ ਕਰਦੇ ਨੇ। ਵੇਖੋ, ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਅਸੀਂ ਵਿਚਾਰਵਾਨਾਂ ਨੂੰ ਸੁਣਨਾ ਚਾਹੀਦਾ, ਕੋਈ ਉਹਦੇ ਵਿੱਚ ਉਹ ਨਹੀਂ। ਸਾਨੂੰ ਇਸ ਸੰਦਰਭ ਦੇ ਵਿੱਚ ਗੁਰਬਾਣੀ ਦੇ ਕੋਲੋਂ ਪੁੱਛਣਾ ਚਾਹੀਦਾ। ਪਾਤਸ਼ਾਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਹਰ ਖੱਟ ਪੀ ਤੂੰ ਕਰੇ, ਬੋਲੇ ਭਲੀ ਬਾਂਧ ਹੈ। ਹੁਣ ਇਹ ਸਾਡੇ ਦੇਖਣ ਦਾ ਨਜ਼ਰੀਆ ਹੈ, ਪੰਛੀ ਨੂੰ ਦੇਖਣ ਦਾ ਨਜ਼ਰੀਆ ਹੈ, ਜੰਤੂ ਨੂੰ ਦੇਖਣ ਦਾ ਨਜ਼ਰੀਆ ਹੈ, ਬਨਸਪਤੀ ਨੂੰ ਦੇਖਣ ਦਾ ਨਜ਼ਰੀਆ ਹੈ। ਦੇਖੋ, ਜਦੋਂ ਬਹੁਤ ਤੇਜ਼ ਹਨੇਰੀ ਆਉਂਦੀ ਹੈ, ਉਹਦੇ ਵਿੱਚ ਜਦੋਂ ਜ਼ਿਆਦਾ ਤੇਜ਼ ਹਨੇਰੀ ਆਵੇ, ਇੱਕ ਖੂਹ ਦੀ ਆਵਾਜ਼ ਨਿਕਲਦੀ ਹੈ, ਇੱਕ ਸ਼ੂਕ ਦੀ ਆਵਾਜ਼ ਨਿਕਲਦੀ ਹੈ। ਹੁਣ ਜਿਹੜਾ ਤੇ ਰੱਬ ਦਾ ਪਿਆਰਾ ਉਹਨੇ ਤੇ ਉਹਦੇ ਵਿੱਚੋਂ ਅਕਾਲ ਪੁਰਖ ਦੇ ਨਾਮ ਦੀ ਧੁਨ ਸੁਣਨੀ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ, ਕਹਿੰਦੇ ਜਦੋਂ ਮੈਂ ਬੱਸ ਦੇ ਵਿੱਚ ਜਾ ਰਿਹਾ, ਜਦੋਂ ਉਹਦਾ ਇੰਜਨ ਚੱਲਦਾ ਹੈ, ਮੈਨੂੰ ਐਵੇਂ ਲੱਗਦਾ ਕਿ ਜਿਵੇਂ ਉਹ ਅਸਲ ਦੇ ਵਿੱਚ ਇੰਜਨ ਨਹੀਂ ਆ, ਉਹ ਇੱਕ ਆਵਾਜ਼ ਦੇ ਰਿਹਾ ਹੈ, ਇੱਕ ਸਾਊਂਡ ਦੇ ਰਿਹਾ, ਇੱਕ ਟਿਊਨ ਦੇ ਰਿਹਾ ਹੈ, ਵਾਹ ਗੁਰੂ ਵਾਹ ਗੁਰੂ।
ਹੁਣ ਦੇਖਣ ਵਾਲੇ ਨੇ ਕਹਿਣਾ ਵੀ ਅਰਦਾਸ ਕਰ ਲਿਆ ਜਾਂ ਨਾਮ ਜਪ ਰਿਹਾ ਜਾਂ ਇਹ ਕਈਆਂ ਦੀ ਆਵਾਜ਼, ਇਹ ਸਾਡੇ ਨਜ਼ਰੀਏ ਤੇ ਨਿਰਭਰ ਆ ਵੀ ਅਸੀਂ ਕਿਸ ਨਜ਼ਰੀਏ ਨਾਲ ਪੰਛੀ ਜੀਵ ਜੰਤੂ ਨੂੰ ਦੇਖਦੇ ਹਾਂ। ਪਰ ਇਹ ਸੱਚ ਹੈ ਕਿ ਭਾਵਨਾ ਹਰ ਇੱਕ ਦੇ ਅੰਦਰ ਹੁੰਦੀ ਹੈ। ਜਦੋਂ ਕਿਸੇ ਜੀਵ ਦਾ ਬੱਚਾ ਵੀ ਮਰਦਾ ਤਾਂ ਵੀ ਉਹਦੇ ਵਿੱਚ ਉਹ ਜਿਹੜੀ ਭਾਵਨਾ ਦੇਖੀ ਜਾ ਸਕਦੀ ਹੈ ਕਿ ਇਹ ਮੇਰਾ ਜਿਹੜਾ ਜੀਵ ਉਹ ਖਤਮ ਹੋ ਗਿਆ। ਸੜਕਾਂ ਤੇ ਆਪਾਂ ਆਮ ਐਕਸੀਡੈਂਟ ਜਿਹੜੇ ਸਾਧਨਾਂ ਦੇ ਨਾਲ ਹੁੰਦੇ ਦੇਖਦੇ ਹਾਂ, ਉਹਨਾਂ ਦੇ ਵਿੱਚ ਉਹਨਾਂ ਦਾ ਰੋਣ ਆਉਂਦਾ, ਇਹਦਾ ਮਤਲਬ ਉਹਨਾਂ ਦੇ ਅੰਦਰ ਭਾਵਨਾ ਹੈ। ਸੋ ਉਹ ਵੀ ਆਪਣੀਆਂ ਕਿਤੇ ਨਾ ਕਿਤੇ ਗੁਹਾਰ ਦੀ ਬਚਾਅ ਦੀ ਅਰਦਾਸ ਕਰਦੇ ਜਿਵੇਂ ਇਨਸਾਨ ਕਰਦਾ। ਬਿਲਕੁਲ ਦੀ ਗੱਲ ਕਰਦੇ ਬਿਲਕੁਲ। ਤੇ ਉਹ ਸਾਡੇ ਸੰਪਰਦਾਇਕ ਵਿਦਵਾਨਾਂ ਨੇ ਇੱਕ ਗਾਥਾ ਵੀ ਜਿਹੜੀ ਹੈ ਇਹ ਬਣਾਈ ਹੋਈ ਹੈ ਵੀ ਉਹ ਪਾਣੀ ਪੀਣ ਦੇ ਜਾਂਦਾ ਜੀ, ਤੇ ਉਹਨੂੰ ਜਿਹੜਾ ਸੀਗਾ ਵਿੱਚੋਂ ਫੜ ਲੈਂਦਾ, ਹਾਂਜੀ, ਤੇ ਫਿਰ ਉਹ ਜਿਹੜਾ ਗਾਜ ਹੈ ਹਾਥੀ ਹੈ ਉਹ ਵੀ ਪੁਕਾਰ ਕਰਦਾ। ਤੇ ਇਹਨਾਂ ਚੀਜ਼ਾਂ ਬਾਰੇ ਤੁਸੀਂ ਥੋੜਾ ਚਾਨਣਾ ਪਾ ਸਕਦੇ ਦਰਸ਼ਕਾਂ ਨੂੰ। ਹਾਂਜੀ, ਇਹਨਾਂ ਦਾ ਦੇਖੋ ਜੀ ਇਹ ਵਿਚਾਰ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੋਈ ਪ੍ਰਕਰਨ ਸ਼ੁਰੂ ਕਰਦੇ ਹਾਂ ਨਾ, ਵਿਚਾਰ ਦਾ, ਕਥਾ ਦਾ ਜਾਂ ਕਿਸੇ ਵਿਚਾਰ ਧਾਰਨ ਪੇਸ਼ ਕਰਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਪ੍ਰਕਰਨ ਦੇ ਹਿਸਾਬ ਦੇ ਨਾਲ ਉਸ ਭਾਵਨਾ ਨੂੰ ਉਤੇਜਿਤ ਕਰਨ ਦੇ ਵਾਸਤੇ, ਸਰੋਤੇ ਨੂੰ ਕੀ ਦੇਣ ਵਾਸਤੇ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਜੀ, ਇੱਕ ਬਿਰਤਾਂਤ ਬਣਾਇਆ ਜਾਂਦਾ ਹੈ ਜੀ। ਹੁਣ ਇਹਦਾ ਖਾਸਾ ਕਿਸੇ ਨੇ ਦੇਖਿਆ ਨਹੀਂ ਕਿ ਹਾਥੀ ਉੱਥੇ ਗਿਆ ਸੀ, ਉਹ ਪਾਣੀ ਪੀਣ ਗਿਆ। ਦੇਖੋ ਇੱਕ ਭਾਵਨਾ, ਇੱਕ ਵੇਗ ਹੈ, ਇੱਕ ਇੰਪਲਸ ਹੈ। ਉਹਦੇ ਵੇਗ ਦੇ ਵਿੱਚ ਜਦੋਂ ਆਪਾਂ ਵੀ ਚਲੋ ਜਦੋਂ ਸਾਨੂੰ ਸਮਾਂ ਮਿਲਦਾ ਸਟੇਜ ਤੇ ਬੋਲਣ ਦਾ, ਲੈਕਚਰ ਸਟੈਂਡ ਦੇ ਉੱਤੇ ਬੋਲਣ ਦਾ, ਅਸੀਂ ਉਸ ਨੈਰੇਟਿਵ ਨੂੰ, ਬਿਰਤਾਂਤ ਨੂੰ ਸਿਰਜ ਕੇ ਉਹਦੇ ਵਿੱਚ ਕਈ ਵਾਰ ਬਨਸਪਤੀਆਂ ਦੀ ਉਦਾਹਰਨ ਲੈਂਦੇ ਹਾਂ, ਜੀਵਾਂ ਦੀ ਉਦਾਹਰਨ ਲੈਂਦੇ ਹਾਂ। ਅਸੀਂ ਉਸ ਤਰ੍ਹਾਂ ਦਾ ਇੱਕ ਉਹ ਸਾਰਾ ਸਿਸਟਮ ਤਿਆਰ ਕਰਕੇ ਤੇ ਉਸ ਵੇਗ ਦੇ ਵਿੱਚ ਬਹਾ ਕੇ, ਉਤੇਜਿਤ ਕਰਕੇ ਹਿਰਦੇ ਦੇ ਉੱਤੇ ਉਹ ਗੱਲ ਪਹੁੰਚਾਉਣੀ ਹੁੰਦੀ ਹੈ ਜਿਹੜਾ ਸਾਡਾ ਸੰਦਰਭ ਹੁੰਦਾ ਹੈ। ਸੋ ਉਹਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਦਾ ਇਹ ਹਾਥੀ ਚਾਹੁੰਦਾ ਸੀ ਜਾਂ ਪਾਣੀ, ਜੋ ਤੁਸੀਂ ਆਪਣਾ ਸਵਾਲ ਕੀਤਾ। ਸੋ ਇਹ ਅਸਲ 'ਚ ਕੰਟੈਕਸਟ ਦੇ ਉੱਤੇ ਨਿਰਭਰ ਹੁੰਦਾ ਹੈ। ਬਿਲਕੁਲ। ਅੱਛਾ, ਇੱਕ ਇਹ ਵੀ ਹੈ ਵੀ ਮੰਨ ਲਓ ਭਾਈ ਗੁਰਦਾਸ ਜੀ ਦੇ 12 ਚ ਜ਼ਿਕਰ ਮਿਲਦਾ ਸਾਨੂੰ ਵੀ ਸੁਣੀ ਪੁਕਾਰ ਤਾਰ ਗੁਰੂ ਨਾਨਕ ਜਗ ਮਾਹਿ ਪਠਾਇਆ, ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਅਰਦਾਸ ਸੀ। ਬਿਲਕੁਲ ਸੀ ਜੀ ਅਰਦਾਸ। ਅੱਛਾ, ਤੇ ਉਹਦਾ ਕੀ ਸੰਦਰਭ ਸੀ? ਉਹਦਾ ਸੰਦਰਭ ਇਸ ਤਰ੍ਹਾਂ ਸੀ, ਦੇਖੋ ਸਾਡੇ ਪੰਥ ਨੇ ਸਾਡੇ ਵਾਸਤੇ ਇੱਕ ਅਰਦਾਸ ਦੇ ਸਪੈਸੀਫਿਕ ਵਰਡ ਜਿਹੜੇ ਸ਼ਬਦ ਆ ਉਹ ਨਿਸ਼ਚਿਤ ਕਰ ਦਿੱਤੇ। ਪਹਿਲਾਂ ਜਦੋਂ ਕਿਸੇ ਨੂੰ ਪੁਕਾਰ ਹੁੰਦੀ ਸੀ, ਕਿਸੇ ਨੂੰ ਦੁੱਖ ਆਉਂਦੀ ਸੀ, ਪੀੜ ਹੁੰਦੀ ਸੀ, ਕੌਮੀ ਤੌਰ ਦੇ ਉੱਤੇ, ਪੰਥਕ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ, ਤਾਂ ਉਹਨੇ ਆਪਣੇ ਜਿਹੜੇ ਮਨ ਦੇ ਵਿੱਚੋਂ ਇੱਕਦਮ ਨਿਕਲਦੇ ਸ਼ਬਦ, ਜਿਵੇਂ ਆਪਾਂ ਨੂੰ ਕੋਈ ਮੰਨ ਲਓ ਆਪਾਂ ਤੁਰੇ ਜਾ ਰਹੇ ਆਪਣੇ ਠੇਡਾ ਵਾਜੇ, ਜਾਂ ਕਿਸੇ ਮਾਂ ਦਾ ਬੱਚਾ ਉਹਦੇ ਸਾਹਮਣੇ ਡਿੱਗ ਜਾਵੇ ਜਾਂ ਕੋਈ ਸੱਟ ਲਾ ਦੇ, ਚੋਟ ਲਾ ਦੇ, ਉਹ ਕਹਿੰਦੀ ਹਾਏ, ਮਤਲਬ ਹਾਏ ਨਿਕਲਦਾ ਮੂੰਹ ਦੇ ਵਿੱਚੋਂ। ਵੇਖੋ ਕਿ ਸ਼ਬਦ ਸੁਭਾਵਕ ਆ। ਤੇ ਜਦੋਂ ਅਸੀਂ ਕਿਸੇ ਮਤਲਬ ਕੋਈ ਮੁਸ਼ਾਇਰਾ ਸ਼ਾਇਰੀ ਕਰ ਰਿਹਾ ਹੈ ਜਾਂ ਮਤਲਬ ਕੋਈ ਵਧੀਆ ਪੇਸ਼ਕਾਰੀ ਕਰ ਰਿਹਾ, ਆਪਾਂ ਕਹਿੰਦੇ ਵਾਹ ਜੀ। ਤੇ ਹੁਣ ਆਪਣੇ ਪੰਥ ਦਾ ਇਹ ਮਤਲਬ ਵਿਦਵਾਨਾਂ ਦਾ ਕਿ ਵਾਹਿਗੁਰੂ ਸ਼ਬਦ ਨਿਕਲਿਆ ਤੋਂ। ਸੋ ਉਹਦੇ ਮਤਲਬ ਇਹ ਜਿਹੜਾ ਸ਼ਬਦ ਆ ਮੌਕੇ ਦੇ ਉੱਤੇ ਜਿਹੜੇ ਉਹਨੇ ਕਹਿ ਦੇਣੇ, ਜੋ ਵੀ ਉਹਦੇ ਅੰਦਰ ਦੀ ਵੇਦਨਾ ਹੈ, ਭਾਵਨਾ ਹੈ, ਉਹਦਾ ਸਰੂਪ ਹੀ ਜਿਹੜਾ ਸੀ ਉਹ ਆਪਾਂ ਨਿਸ਼ਚਿਤ ਰੂਪ ਚ ਨਹੀਂ ਕਹਿ ਸਕਦੇ ਕਿ ਉਹ ਇਸ ਤਰ੍ਹਾਂ ਦੀ ਅਰਦਾਸ ਸੀ। ਉਹ ਅਸਲ 'ਚ ਇਨਸਾਨ, ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਬਿਲਕੁਲ ਇਹ ਸੱਚਾਈ ਹੈ ਕਿ ਧਰਮਾਂ ਦੇ ਵਿੱਚ ਬਹੁਤੀ ਕਿਸੇ ਨੇ ਨਾਮ ਦੀ ਗੱਲ ਨਹੀਂ ਕੀਤੀ, ਬਹੁਤੀ ਉੱਚੀ ਵਿਵੇਕ ਦੀ ਗੱਲ ਨਹੀਂ ਕੀਤੀ, ਪਰ ਇਹ ਸੀ ਜ਼ਰੂਰ ਸੀ ਕਿ ਅਕਲ ਦੇ ਲੋਕਾਂ ਨੂੰ ਸੀ। ਲੋਕ ਸਿਆਣੇ ਸਨ, ਪਰ ਬਹੁਤੇ ਸਿਆਣੇ ਨਹੀਂ ਸਨ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਸਨ, ਪਰ ਸਿਆਣੇ ਬਿਲਕੁਲ ਸਨ। ਸੋ ਉਹਦਾ ਅਰਦਾਸ ਹੈ ਮਤਲਬ ਕਿਸ ਤਰ੍ਹਾਂ ਦਾ ਪ੍ਰਕਰਨ ਸੀ, ਸਪੈਸ਼ਲ ਸੀ ਜਾਂ ਖਾਸ ਸੀ ਜਾਂ ਸਿਰਫ ਆਪਣੇ ਸ਼ਬਦ ਸਨ, ਇਹ ਕਿਹਾ ਜਾ ਸਕਦਾ ਕਿ ਉਹ ਖਾਸ ਤੇ ਆਪਾਂ ਨੂੰ ਕਿਸੇ ਲਿਖਤ ਦੇ ਵਿੱਚ ਮਿਲਦਾ ਨਹੀਂ। ਸੋ ਬਿਲਕੁਲ ਅਰਦਾਸ ਲੋਕ ਕਰਦੇ ਸਨ, ਪਰ ਉਹਨਾਂ ਦੇ ਆਪਣੇ ਸ਼ਬਦ ਸਨ, ਆਪਣੇ ਮਤ ਦੇ ਅਨੁਸਾਰ ਜਿਹੜੀ ਅਰਦਾਸ ਉਹ ਕਰਦੇ ਸਨ। ਹਾਂਜੀ। ਤੇ ਬਹੁਤੀ ਵਾਰ ਸਾਡੇ ਮਤਲਬ ਆਮ ਜਿਹੜੇ ਲੋਕ ਨੇ ਉਹ ਨਿਰਾਸ਼ ਹੋ ਜਾਂਦੇ ਨੇ। ਹਾਂਜੀ। ਵੀ ਅੱਜ ਦੇ ਸਮੇਂ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ, ਪੁਰਾਣੇ ਸਮੇਂ 'ਚ ਅਰਦਾਸ ਹੁੰਦੀ ਸੀ, ਉਹ ਸੁਣੀ ਜਾਂਦੀ ਸੀ, ਜਾਂ ਕਿਸੇ ਖਾਸ ਮਨੁੱਖ ਨੂੰ ਮੰਨਿਆ ਜਾਂਦਾ ਵੀ ਉਹਦੇ ਕੋਲ ਜਾਈਏ ਤੇ ਉਹਦੀ ਅਰਦਾਸ ਸੁਣੀ ਜਾਂਦੀ ਹੈ। ਤੇ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਵੀ ਇਹ ਕੀ ਮਤਲਬ ਕਿੱਦਾਂ ਹੋਣਾ ਚਾਹੀਦਾ? ਅਸਲ ਦੇ ਵਿੱਚ ਦੇਖੋ ਜੀ, ਆਪਾਂ ਜਿੰਨੇ ਵੀ ਵਿਚਾਰ ਕਰਾਂਗੇ ਗੁਰਮਤਿ ਅਨੁਸਾਰ ਪਾਤਸ਼ਾਹ ਸਾਨੂੰ ਇਹ ਉੱਦਮ ਬਖਸ਼ਣ ਕਿ ਗੁਰਮਤਿ ਅਨੁਸਾਰ ਹੀ ਅਸੀਂ ਆਪਣੀ ਗੱਲ ਜਿਹੜੀ ਦਰਸ਼ਕਾਂ ਦੇ ਨਾਲ ਰੱਖ ਸਕੀਏ। ਮੰਨ ਲਓ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਅਸੀਂ ਕਈ ਵਾਰ ਅਰਦਾਸ ਕਰਦੇ ਹਾਂ, ਲੰਮਾ ਸਮਾਂ ਸਾਨੂੰ ਅਰਦਾਸ ਕਰਨੀ ਪੈਂਦੀ। ਮੈਂ ਇਹ ਗੱਲ ਕਹਾਂਗਾ ਕਿ ਜਿਵੇਂ ਇੱਕ ਸਿੱਖ ਨਾਮ ਦੀ ਘਾਲਣਾ ਘਾਲਦਾ ਹੈ, ਜਿਵੇਂ ਇੱਕ ਸਿੱਖ ਬਾਣੀ ਦਾ ਅਭਿਆਸ ਕਰਕੇ ਮੁਸ਼ੱਕਤ ਘਾਲਦਾ ਹੈ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿੱਖ ਨੂੰ ਕਈ ਵਾਰ ਕਿ ਬਹੁਤ ਦਫਾ ਅਰਦਾਸ ਦੀ ਘਾਲਣੀ ਪੈਂਦੀ ਜੀ। ਅਰਦਾਸ ਕੋਈ ਐਸਾ ਬਟਨ ਨਹੀਂ ਹੈ ਕਿ ਅਸੀਂ ਗੁਰੂ ਅੱਗੇ ਦੱਬਿਆ ਤੇ ਉਹ ਸਾਡਾ ਉਸੇ ਵੇਲੇ ਕੋਈ ਪੌ ਫਟਾਲਾ ਜਿਹੜਾ ਫੁੱਟ ਪਵੇ, ਉਸੇ ਵੇਲੇ ਜਿਹੜੀ ਚੀਜ਼ ਉਹ ਜ਼ਾਹਰ ਹੋ ਜਾਵੇ, ਪ੍ਰਗਟ ਹੋ ਜਾਵੇ। ਇਸ ਤਰ੍ਹਾਂ ਦਾ ਅਰਦਾਸ ਦਾ ਕੰਟੈਕਸਟ ਜਿਹੜਾ ਵਾ, ਸੰਦਰਭ ਹੈ, ਪ੍ਰਕਰਨ ਹੈ, ਉਹ ਗੁਰਮਤਿ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਅਰਦਾਸ ਸਾਨੂੰ ਬਹੁਤ ਵਾਰ ਵੀ ਕਰਨੀ ਪੈਂਦੀ ਹੈ, ਪਰ ਇਹ ਗੁਰੂ ਪਾਤਸ਼ਾਹ ਜੀ ਨੇ ਜ਼ਰੂਰ ਦੱਸਿਆ ਕਿ ਅਰਦਾਸ ਦਾ ਸਬੰਧ ਆ ਨਾ, ਜਿਹੜਾ ਅਰਦਾਸ ਦਾ ਸਬੰਧ ਭਰੋਸੇ ਨਾਲ ਬਹੁਤ ਜੁੜਿਆ ਹੈ।
ਵਿਸਾਹ ਨਾਲ ਬਹੁਤ ਜੁੜਿਆ, ਨਿਸ਼ਚੇ ਨਾਲ ਬਹੁਤ ਜੁੜਿਆ, ਵਿਸ਼ਵਾਸ ਨਾਲ ਬਹੁਤ ਜੁੜਿਆ ਹੈ। ਦੇਖੋ ਦੁਨੀਆ ਦੇ ਵਿੱਚ ਕਿਸੇ ਆਦਮੀ ਨੂੰ, ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਵੇ, ਉਹਨੂੰ ਪਤਾ ਹੁੰਦਾ ਹੈ ਕਿ ਮੇਰੀ ਫਲਾਣੇ ਅਫਸਰ ਨੇ ਮੈਨੂੰ ਮਨਾ ਨਹੀਂ ਕਰਨਾ, ਫਲਾਣੇ ਸਰਪੰਚ ਨੇ ਮੈਨੂੰ ਮਨਾ ਨਹੀਂ ਕਰਨਾ। ਉਹਦਾ ਨਿਸ਼ਚਾ ਹੁੰਦਾ ਹੈ ਜੀ, ਉਹਦਾ ਵਿਸ਼ਵਾਸ ਹੁੰਦਾ। ਪਿੰਡ ਪੂਰਾ ਵਸਦਾ ਹੁੰਦਾ ਹੈ, 2000 ਬੰਦੇ 1000 ਬੰਦੇ ਪਿੰਡ ਦੇ ਵਿੱਚ ਰਹਿੰਦੇ ਨੇ, ਪਰ ਇੱਕ ਬੰਦੇ ਨੂੰ ਪੂਰਾ ਨਿਸ਼ਚਾ ਹੁੰਦਾ ਕਿ ਮੇਰੀ ਸਰਪੰਚ ਮੋੜੇਗਾ ਨਹੀਂ। ਉਹ ਫਲਾਣੇ ਬੰਦੇ ਨੂੰ ਭੇਜਦਾ ਕਿ ਜਾ ਤੂੰ ਕਹਿ ਦੇ, ਤੇ ਉਹਨੂੰ ਕਹਿੰਦੇ ਕਿ ਫਲਾਣੇ ਗੁਰਬਚਨ ਸਿੰਘ ਨੇ ਜਾਂ ਗੁਰਮੁਖ ਸਿੰਘ ਨੇ ਕਹਿ ਦਿੱਤਾ ਹੈ, ਉਹਨਾਂ ਸੁਣਿਆ ਤੇ ਤੇਰਾ ਕੰਮ ਹੋ ਜਾਏਗਾ। ਇਸੇ ਤਰ੍ਹਾਂ ਇਹ ਅਧਿਆਤਮਿਕ ਰਸਤੇ ਦੇ ਵਿੱਚ ਕੁਝ ਕਰਨੀ ਵਾਲੇ, ਕੁਝ ਕਥਨੀ ਵਾਲੇ, ਜੀਵਨ ਦੀ ਘਾਲਣ ਵਾਲੇ ਜਿਹੜੇ ਗੁਰਸਿੱਖ ਨੇ, ਵਾਕਿਆ ਹੀ ਉਹਨਾਂ ਦੀ ਜਿਹੜੀ ਅਰਦਾਸ ਕੀਤੀ ਕਦੇ ਬਿਰਥਾ ਨਹੀਂ ਜਾਂਦੀ। ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਕਦੇ ਵੀ ਸੇਵਕ ਦੀ ਅਰਦਾਸ ਬਿਰਥੀ ਨਹੀਂ ਹੁੰਦੀ। ਹਾਂ, ਸਾਡਾ ਨਿਸ਼ਚਾ ਜ਼ਰੂਰ ਹੋਣਾ ਚਾਹੀਦਾ। ਅਰਦਾਸ ਕਰਕੇ ਸਿੱਖ ਨੇ ਸਿਦਕ ਦੇ ਪਹਿਰੇ ਦੇ ਉੱਤੇ ਜਿਹੜਾ ਵਾ ਟਿਕੇ ਰਹਿਣਾ, ਸਬਰ ਦੇ ਪਹਿਰੇ ਦੇ ਉੱਤੇ ਟਿਕਣਾ, ਧੀਰਜ ਦੇ ਪਹਿਰੇ ਦੇ ਉੱਤੇ ਟਿਕਣਾ। ਭਾਵ ਇਹ ਨਹੀਂ ਕਿ ਸਿੱਖ ਇਹ ਭਾਵਨਾ ਆਖੇ ਕਿ ਮੈਂ ਅਰਦਾਸ ਕੀਤੀ ਸੀ, ਮੇਰਾ ਤੇ ਕੰਮ ਹੋਇਆ ਨਹੀਂ ਤੇ ਗੁਰੂ ਮੇਰੇ ਆਖੇ ਨੇ, ਏਦਾਂ ਨਹੀਂ। ਇੱਕ ਉਂਗਲ ਹੁੰਦੀ ਹੈ ਬਾਪ ਬੱਚੇ ਦੀ ਫੜਦਾ ਹੈ ਜੀ, ਉਹ ਕਦੇ ਛੁੱਟੇਗੀ। ਇੱਕ ਉਂਗਲ ਹੁੰਦੀ ਹੈ ਜਿਹੜਾ ਬੱਚਾ ਬਾਪ ਦੀ ਫੜਦਾ, ਉਹ ਕਦੇ ਵੀ ਛੁੱਟ ਸਕਦੀ ਹੈ, ਕਿਉਂਕਿ ਬੱਚੇ ਕੋਲ ਨਹੀਂ ਸਮਰੱਥਾ ਨਹੀਂ ਕਿ ਉਹ ਬਾਪ ਦੀ ਉਂਗਲ ਫੜ ਸਕਦਾ। ਬਿਲਕੁਲ। ਬੱਚੇ ਦੇ ਬਾਪ ਕੋਲ ਨਹੀਂ ਸਮਰੱਥਾ ਹੈ ਕਿ ਉਹ ਉਹਦਾ ਹੱਥ ਫੜ ਲੇਗਾ ਤੇ ਛੱਡੇਗਾ ਨਹੀਂ। ਸੋ ਅਸੀਂ ਅਰਦਾਸ ਦਾ ਜਿਹੜਾ ਤੁਸੀਂ ਬਹੁਤ ਕਮਾਲ ਦਾ ਸਵਾਲ ਕੀਤਾ, ਅਰਦਾਸ ਕਰਨ ਦੇ ਨਾਲ ਨਾਲ ਸਾਡੇ ਕੋਲ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਨਿਸ਼ਚਾ, ਭਰੋਸਾ, ਵਿਸ਼ਵਾਸ, ਤੇ ਦੂਜਾ ਸਾਡੇ ਕੋਲ ਸਿਦਕ ਹੋਣਾ ਚਾਹੀਦਾ। ਅਰਦਾਸ ਕਰਕੇ ਸਬਰ ਕਰਨਾ ਚਾਹੀਦਾ, ਕਿਉਂਕਿ ਜੇ ਸਾਨੂੰ ਪਤਾ ਹੈ ਵੀ ਅਸੀਂ ਆਪਣੇ ਪਿਓ ਦੇ ਅੱਗੇ, ਬਾਪ ਦੇ ਅੱਗੇ, ਆਪਣੇ ਗੁਰੂ ਅੱਗੇ ਗੁਹਾਰ ਲਾ ਰਹੇ ਹਾਂ, ਤੇ ਸਾਡੇ ਕੋਲ ਭਾਈ ਇਹ ਨਿਸ਼ਚਾ ਵੀ ਹੋਣਾ ਚਾਹੀਦਾ ਕਿ ਅਰਦਾਸ ਨੂੰ ਪੂਰੀ ਕਰੇਗਾ, ਤੇ ਪੂਰੀ ਕਰਦਾ ਅਰਦਾਸ। ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਾਲਪੁਰਖ ਵੇਖੋ, ਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ, ਪੂਰੀ ਹੋਈ। ਲਛਮਣ ਸਿੰਘ ਧਾਰੋਵਾਲੀ ਨੇ ਅਰਦਾਸ ਕੀਤੀ ਸੀ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੇ ਅੰਦਰ। ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਸੀ, ਪਾਤਸ਼ਾਹ ਇਹਨਾਂ ਦੋ ਸਿੰਘਾਂ ਨੇ ਤੇ ਗੁਰਦੁਆਰੇ ਸੁਧਾਰ ਵਾਸਤੇ ਆਪਣੀ ਕੁਰਬਾਨੀ ਦੇ ਦਿੱਤੀ ਹੈ, ਜੇ ਤੂੰ ਇੰਨਾ ਬਿਆਨ ਹੈ ਕਿਰਪਾ ਕਰ ਇਹ ਜਿਹੜਾ ਮਿੱਟੀ ਦਾ ਜਿਸਮ ਹੈ, ਮਿੱਟੀ ਦਾ ਸਰੀਰ, ਇਹ ਵੀ ਲੇਖੇ ਲੱਗ ਜਾਵੇ। ਤੇ ਠੀਕ ਥੋੜੇ ਦਿਨਾਂ ਬਾਅਦ ਹੀ, ਮਹੀਨਿਆਂ ਬਾਅਦ ਨਹੀਂ ਪਾਤਸ਼ਾਹ ਭਾਈ ਸਾਹਿਬ ਜੀ, ਮਹੀਨਿਆਂ ਬਾਅਦ ਨਹੀਂ, ਦਿਨਾਂ ਬਾਅਦ ਹੀ ਲਛਮਣ ਸਿੰਘ ਧਾਰੋਵਾਲੀ ਇਸ ਤਹਿਤ ਦੀ ਕੁਰਬਾਨੀ ਦੀ। ਸੋ ਅਰਦਾਸ ਪੂਰੀ ਹੋ ਗਈ। ਅਰਦਾਸ ਦੇ ਬੜੇ ਵੱਖਰੇ ਵੱਖਰੇ ਸੰਦਰਭ ਨੇ। ਸੋ ਅਰਦਾਸ ਦਾ ਜਿਹੜਾ ਨਿਸ਼ਚਾ ਹੈ ਉਹ ਸਾਨੂੰ ਜਿਵੇਂ ਕਾਲਪੁਰਖ ਤੇ ਨਿਸ਼ਚਾ ਦੀ ਉਹਦੀ ਹੀ ਹਸਤੀ ਮੌਜੂਦ ਹੈ। ਜੇ ਮਹਾਰਾਜ ਨੇ ਕਿਹਾ ਮੂਰਖਾਂ ਚ ਮੂਰਖ ਮੰਨੇ ਨਹੀਂ ਨਾ, ਸਭ ਤੋਂ ਵੱਡਾ ਨਾਸਤਿਕ ਤੇ ਮਹਾਰਾਜ ਨੇ ਮਨ ਮਾਤੋ ਬੰਦੇ ਨੇ ਕਿਹਾ ਜਿਹੜਾ ਰੱਬ ਤੇ ਭਰੋਸਾ ਨਹੀਂ ਕਰਦਾ, ਇਹ ਅਸੀਂ ਰੱਬ ਤੇ ਭਰੋਸਾ ਕਰਦੇ ਆਪਣੇ ਆਪ ਨੂੰ ਸਿੱਖ ਸੁਣਿਆ ਤੇ ਸਿੱਖੀ ਤੇ ਹੈ ਜ਼ਿੰਦਗੀ ਦੀ, ਸਿੱਖੀ ਹੈ ਸ਼ਬਦ ਦੀ। ਸੋ ਅਰਦਾਸ ਕਰਕੇ ਦੋ ਚੀਜ਼ਾਂ ਦਾ ਜਿਹੜਾ ਰੱਖਣਾ ਬਹੁਤ ਜ਼ਰੂਰੀ ਹੈ, ਇੱਕ ਸਿਦਕ ਤੇ ਦੂਜਾ ਨਿਸ਼ਚਾ। ਇੱਕ ਕਈ ਵਾਰ ਅਸੀਂ ਆਮ ਗੁਰਦੁਆਰਾ ਦੇਖਦੇ ਹਾਂ ਕਿ ਜਿੱਦਾਂ ਦਫ਼ਤਰਾਂ 'ਚ ਰਿਸ਼ਵਤ ਚੱਲਦੀ ਹੈ, ਤੇ ਪਰਮਾਤਮਾ ਦੇ ਘਰ 'ਚ ਵੀ ਚੱਲਦੀ ਹੈ। ਵੀ ਮੰਨ ਲਓ ਮੈਂ 500 ਵਾਲੀ ਅਰਦਾਸ ਹੈ, 100 ਵਾਲੀ ਅਰਦਾਸ ਹੈ, ਜਾਂ ਫਿਰ ਵੱਡੀ ਅਰਦਾਸ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ, ਇੱਕ ਛੋਟੀ ਜਿਹੀ ਉਦਾਹਰਨ ਮਿਲਦੀ ਇਤਿਹਾਸ ਦੇ ਵਿੱਚੋਂ। ਜਿਵੇਂ ਸਾਡੇ ਕੁਝ ਵਿਦਵਾਨ ਜਿਹੜੇ ਨੇ ਸਿੱਖ ਮਤ ਦੇ, ਉਹ ਲਿਖ ਕੇ ਗਏ ਨੇ ਕਿ ਬਾਬਾ ਬੁੱਢਾ ਜੀ ਪਾਸ ਮਾਤਾ ਗੰਗਾ ਜੀ ਗੰਢੇ ਲੈ ਕੇ ਗਏ, ਤੇ ਹੁਣ ਲਿਖਾਰੀ ਨੇ ਲਿਖ ਦਿੱਤਾ ਵੀ ਬਾਬਾ ਬੁੱਢਾ ਜੀ ਨੇ ਗੰਢਾ ਭੰਨਿਆ, ਹਨਾ, ਤਾਂ ਉਹ ਮਤਲਬ ਇੱਕ ਬੱਚੇ ਦੀ ਜਿਹੜੀ ਦਾਤ ਮਿਲੀ। ਅਸਲ ਦੇ ਵਿੱਚ ਉਹਨਾਂ ਨੇ ਉਸ ਭਾਵਨਾ ਨੂੰ ਪ੍ਰਗਟ ਕਰਨ ਵਾਸਤੇ ਇੱਕ ਸ਼ਬਦ ਵਰਤੇ ਸੀ। ਜਿਵੇਂ ਅੱਜ ਵੀ ਆਪਾਂ ਜਾਣਦੇ, ਜਿਵੇਂ ਤੁਸੀਂ ਸਵਾਲ ਕੀਤਾ, ਮੈਂ ਇਸੇ ਤੇ ਆਵਾਂਗਾ ਪ੍ਰਕਰਨ ਦੇ ਉੱਪਰ। ਬਾਬਾ ਬੁੱਢਾ ਜੀ ਨੇ ਇਹ ਨਹੀਂ ਸੀ ਦੇਖਿਆ ਵੀ ਮਾਤਾ ਗੰਗਾ ਜੀ ਮੇਰੇ ਵਾਸਤੇ ਗੰਢੇ ਜਾਂ ਮਿੱਸੇ ਪ੍ਰਸ਼ਾਦੇ ਲੈ ਕੇ ਆਏ ਨੇ। ਉਹਨਾਂ ਦਾ ਤੇ ਸੰਦਰਭ ਹੀ ਨਹੀਂ ਸੀ, ਉਹਨਾਂ ਨੂੰ ਪਤਾ ਸੀ। ਉਹਨਾਂ ਦੀ ਇੱਕ ਭਾਵਨਾ ਸੀ। ਭਾਵਨਾ ਦੇ ਵਿੱਚ ਤੁਸੀਂ ਮਿੱਸੇ ਪ੍ਰਸ਼ਾਦੇ 5 ਲੈ ਜਾਓ, 7 ਲੈ ਜਾਓ, ਦਮੜੇ 100 ਲੈ ਜਾਓ, 500 ਲੈ ਜਾਓ, 1 ਰੁਪਈਆ ਲੈ ਜਾਓ। ਪਰ ਹਾਂ, ਮੈਂ ਇਸ ਬਾਰੇ ਜ਼ਿਕਰ ਜ਼ਰੂਰ ਪੜਿਆ ਸਰਦਾਰ ਕਪੂਰ ਸਿੰਘ ਦਾ ਕਿ ਘੱਟੋ ਘੱਟ ਸਿੱਖ ਨੇ, ਉਹ ਅੱਜ ਤੋਂ ਕਾਫੀ ਸਮਾਂ ਪਹਿਲਾਂ ਉਹਨਾਂ ਦੀ ਕਿਤਾਬ ਲਿਖੀ ਹੋਈ ਹੈ, ਲੇਖ ਲਿਖਿਆ ਹੋਇਆ ਸੀ ਕਿ ਸਿੱਖ ਨੇ ਜਦੋਂ ਵੀ ਅਰਦਾਸ ਕਰਾਉਣੀ ਹੈ ਗੁਰੂ ਘਰ ਦੇ ਵਜ਼ੀਰ ਪਾਸੋਂ, ਘੱਟੋ ਘੱਟ 1 ਰੁਪਈਆ ਜ਼ਰੂਰ ਦੇਣਾ। ਬਿਲਕੁਲ, ਇਹ ਜਿਹੜੀ ਭੇਟਾ ਵਾ ਨਾ, ਇਹਦਾ ਸੰਬੰਧ ਬਹੁਤ ਗਹਿਰਾ ਹੈ ਜੀ। ਸੋ ਭੇਟਾ ਜ਼ਿਆਦੀ ਹੈ ਥੋੜੀ ਹੈ, ਇਹਦਾ ਮਿਆਰ ਕਿੰਨਾ ਹੈ, ਇਹਦੀ ਬਹੁਤਾਤ ਜਾਂ ਇਹਦਾ ਰੂਪ ਘੱਟ ਹੈ, ਨਹੀਂ, ਇਹਦੇ ਵਿੱਚ ਨਹੀਂ ਦੇਖਿਆ ਜਾਂਦਾ। ਸਿੱਖ ਜਿਹੜਾ ਵਾ ਉਹ ਕਿੰਨੀ ਵੀ ਭੇਟਾ ਦੇਵੇ, ਚਾਹੇ 10 ਰੁਪਏ ਦੇਵੇ, ਚਾਹੇ ਇਕਾਨਾ ਦੇਵੇ, ਚਾਹੇ ਦਮੜੇ ਦੇਵੇ, ਉਹ ਕਾਲ ਪੁਰਖ ਨੇ, ਗੁਰੂ ਨੇ ਉਹਦੀ ਭਾਵਨਾ, ਉਹਦੇ ਅੰਦਰ ਦੇ ਜਜ਼ਬਾਤ, ਉਹਦੀ ਮੰਗ ਦੇਖਣੀ। ਗੁਰੂ ਇਹ ਦੁਨਿਆਵੀ ਵੇਖੋ, ਇਹ ਰੁਪਈਆ ਅੱਜ ਆ, ਅੱਜ ਤੋਂ ਪਹਿਲਾਂ ਰੁਪਈਆ ਹੈ ਨਹੀਂ ਸੀ। ਕਿੰਨਾ ਸਮਾਂ ਪਹਿਲਾਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸੋ ਉਦੋਂ ਚੀਜ਼ਾਂ ਦੇ ਦਾਨ ਪ੍ਰਦਾਨ ਨਾਲ ਜੀਵਨ ਚੱਲਦਾ ਸੀ। ਸੋ ਕਹਿਣ ਤੋਂ ਮਤਲਬ ਕਿ ਕਾਲ ਪੁਰਖ ਇਹਨਾਂ ਚੀਜ਼ਾਂ ਵੱਲ ਨਹੀਂ ਦੇਖਦਾ ਵੀ ਇਹ ਬੰਦੇ ਨੇ ਕਿੰਨੀ ਭੇਟਾ ਮੈਨੂੰ ਜਿਹੜੀ ਉਹ ਦਿੱਤੀ ਹੈ। ਬਿਲਕੁਲ।
ਅੱਛਾ, ਇੱਕ ਮੈਂ ਲਾਸਟ ਵਿੱਚ ਤੁਹਾਨੂੰ ਇੱਕ ਜ਼ਰੂਰੀ ਸਵਾਲ ਜਿਹੜਾ ਹੈ ਉਹ ਜ਼ਰੂਰ ਪੁੱਛਣਾ ਹੈ ਹਾਂਜੀ ਵੀ ਇਹ ਜਿਹੜੀ ਅਰਦਾਸ ਹੈ ਇਹ ਕੇਵਲ ਗ੍ਰੰਥੀ ਸਿੰਘ ਹੀ ਕਰ ਸਕਦਾ ਹੈ ਤੇ ਜਾਂ ਕੋਈ ਵੀ ਕਰ ਸਕਦਾ? ਜਿਵੇਂ ਹੁਣ ਇੱਕ ਮੰਨ ਲਓ ਅੱਜ ਦਾ ਦੌਰ ਜਿਹੜਾ ਅਪਡੇਟ ਵਿਦਵਾਨਾਂ ਦਾ ਚੱਲਿਆ ਹੋਇਆ ਹੈ, ਹਾਂਜੀ ਉਹ ਕਹਿੰਦੇ ਨੇ ਜੀ ਤੁਸੀਂ ਪਾਠ ਵੀ ਆਪ ਕਰੋ, ਅਰਦਾਸ ਵੀ ਆਪ ਕਰੋ, ਸਾਰਾ ਕੁਝ ਆਪ ਕਰੋ। ਹਾਂਜੀ ਤੇ ਇੱਕ ਇਹ ਵੀ ਪੱਖ ਹੈ ਵੀ ਅਰਦਾਸ ਜਿਹੜਾ ਗੁਰੂ ਘਰ ਦਾ ਵਜ਼ੀਰ ਹੈ ਮਹਾਰਾਜ ਦਾ ਉਹ ਤੋਂ ਹੀ ਕਰਾਉਣੀ ਚਾਹੀਦੀ ਹੈ, ਸ਼ਰਧਾਵਾਨ ਲੋਕ ਜਿਹੜੇ ਹਾਂਜੀ ਉਹਨੇ ਸੋਚਣੀ। ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਅਸਲ ਦੇ ਵਿੱਚ ਅਰਦਾਸ ਦਾ ਕੀ, ਗੁਰਦੁਆਰੇ ਵਿੱਚ ਅਰਦਾਸ ਕਿਵੇਂ ਹੋ ਸਕਦੀ ਹੈ, ਕੌਣ ਕੌਣ ਅਰਦਾਸ ਕਰ ਸਕਦਾ? ਦੇਖੋ ਜੀ, ਦੋਨੋਂ ਚੀਜ਼ਾਂ ਨੇ। ਜਿਵੇਂ ਤੁਸੀਂ ਸਵਾਲ ਬਹੁਤ ਸੋਹਣਾ ਕੀਤਾ, ਕਿਉਂਕਿ ਆਮ ਲੋਕਾਂ ਨੂੰ ਇਸ ਬਾਰੇ ਬਹੁਤ ਵੱਡਾ ਜਿਹੜਾ ਵਾ ਉਹ ਮਨ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਬਿਲਕੁਲ ਜੀ। ਕਿ ਅਸੀਂ ਆਪ ਅਰਦਾਸ ਕਰੀਏ, ਪੂਰੀ ਨਹੀਂ ਹੁੰਦੀ ਤੇ ਸਾਨੂੰ ਚਾਹੀਦਾ ਗੁਰੂ ਘਰ ਦੇ ਵਜ਼ੀਰ ਕੋਲੋਂ ਅਰਦਾਸ ਕਰਵਾਉਣੀ। ਦੇਖੋ, ਅਰਦਾਸ ਦਾ ਮਹਾਤਮ ਜਿਹੜਾ ਹੈ ਇੱਕ ਵਿਅਕਤੀਗਤ ਤੌਰ ਤੇ ਵੀ ਹੈ ਜੀ, ਤੇ ਦੂਸਰਾ ਜਿਹੜਾ ਸਾਨੂੰ ਗੁਰਮਤਿ ਨੇ ਸਿਧਾਂਤ ਬਖਸ਼ਿਸ਼ ਕੀਤਾ, ਗੁਰਮਤਿ ਨੇ ਸਾਡੀ ਝੋਲੀ 'ਚ ਖਜ਼ਾਨਾ ਪਾਇਆ, ਉਹ ਸੰਗਤੀ ਤੌਰ ਤੇ ਜੀ। ਦੋ ਰੂਪ ਨੇ ਅਰਦਾਸ ਦੇ। ਅਸੀਂ ਵਿਅਕਤੀਗਤ ਤੌਰ ਤੇ ਆਪੇ ਖੁਦ ਇੱਕ ਇਨਸਾਨ, ਆਮ ਬੰਦਾ ਵੀ ਕਰ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਤੂੰ ਠਾਕੁਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਹੈ, ਤੂੰ ਮਾਤ ਪਿਤਾ, ਤੂੰ ਸਾਰਾ ਬੰਦ ਜਿਹੜਾ ਪਾਤਸ਼ਾਹ ਨੇ ਇੱਕ ਵਿਅਕਤੀਗਤ ਪੱਖੋਂ ਹੀ ਜਿਹੜਾ ਵਾ ਉਚਾਰਨ ਕੀਤਾ, ਅਸੀਂ ਕਰ ਸਕਦੇ ਹਾਂ। ਪਰ ਦੇਖੋ, ਮੈਂ ਇਤਿਹਾਸ ਦੀ ਇੱਕ ਤੁਹਾਡੇ ਨਾਲ ਸਾਂਝ ਪਾਉਣਾ, ਇੱਕ ਛੋਟੀ ਜਿਹੀ ਘਟਨਾ। ਭਾਈ ਮਣੀ ਸਿੰਘ ਨੂੰ ਸੰਗਤ ਨੇ ਇਹ ਗੱਲ ਕਹਿ ਦਿੱਤੀ ਸੀ, ਗਿਆਨੀ ਗਿਆਨ ਸਿੰਘ ਜੀ ਇਹ ਚੀਜ਼ ਲਿਖਦੇ ਨੇ, ਕਹਿੰਦੇ ਨੇ ਕਿ ਭਾਈ ਮਣੀ ਸਿੰਘ ਨੂੰ ਇਹ ਸੰਗਤ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਵੇਂ ਤੁਸੀਂ ਬਾਣੀ ਦੇ ਟੋਟੇ ਕੀਤੇ ਨੇ। ਦੇਖੋ, ਭਾਈ ਮਣੀ ਸਿੰਘ ਨੇ ਬਾਣੀ ਜਿਹੜੀ ਅਸਲ ਦੇ ਵਿੱਚ 22 ਵਾਰਾਂ, 5 ਗ੍ਰੰਥੀ, ਗੁਰਕੇ ਸਾਹਿਬ, ਸੁਖਮਨੀ ਸਾਹਿਬ, ਇਹਨਾਂ ਦੀ ਲਿਖਤ ਵੱਖਰੀ ਵੱਖਰੀ ਕੀਤੀ ਸੀ ਕਿ ਆਮ ਸਿੱਖ ਜਿਹੜਾ ਹੈ ਉਹ ਬਾਣੀ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਹਰ ਵਕਤ ਆਪਣੇ ਨਾਲ ਕੈਰੀ ਨਹੀਂ ਕਰ ਸਕਦਾ, ਰੱਖ ਨਹੀਂ ਸਕਦਾ, ਮੁਸ਼ਕਲ ਸੀ, ਕਿਉਂਕਿ ਉਦੋਂ ਹਾਲਾਤ ਸਮੇਂ ਅੱਜ ਵੀ ਨਹੀਂ ਰੱਖ ਸਕਦੇ। ਬਿਲਕੁਲ, ਅੱਜ ਆਪਾਂ ਸਰੂਪ ਨਹੀਂ। ਸੋ ਸਾਡੇ ਵਾਸਤੇ ਬੜੀ ਵੱਡੀ ਇੱਕ ਦਾਤ ਸੀ ਕਿ ਅਸੀਂ ਗੁਰਕੇ ਸਾਹਿਬ, ਜਦੋਂ ਨਿਹੰਗ ਸਿੰਘ ਜਿਹੜੇ ਖਜ਼ਾਨਾ ਪਾਉਂਦੇ ਨੇ, ਅੱਜ ਵੀ ਸਿੰਘ ਸਾਹਿਬ ਜਿਹੜੇ ਖਜ਼ਾਨਾ ਪਾਉਂਦੇ ਨੇ, ਕਈ ਵੀਰ ਸਾਡੇ ਪਾਉਂਦੇ ਨੇ, ਪਾਉਣਾ ਵੀ ਚਾਹੀਦਾ। ਖਜ਼ਾਨਾ ਸਾਡਾ ਇੱਕ ਬੜਾ ਵੱਡਾ ਸਰਮਾਇਆ ਹੈ ਜੀ। ਉਸ ਖਜ਼ਾਨੇ ਦੇ ਵਿੱਚ ਅਸੀਂ ਗੁਰਕਾ ਸਾਹਿਬ ਪਾਉਣੇ ਆ, ਅਸੀਂ ਪੋਥੀ ਸਾਹਿਬ ਪਾਉਣੇ ਆ। ਤੇ ਸੰਗਤ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਸੀ ਭਾਈ ਮਣੀ ਸਿੰਘ ਵੇਲੇ। ਉਹਨਾਂ ਕਿਹਾ ਵੀ ਜਿਵੇਂ ਤੁਸੀਂ ਬਾਣੀ ਦੇ ਟੋਟੇ ਕੀਤੇ ਨੇ ਤੇ ਇਸੇ ਤਰ੍ਹਾਂ ਤੁਹਾਡੇ ਸਰੀਰ ਦੇ ਵਿੱਚ ਅੰਗ ਅੰਗ ਜਿਹੜੇ ਟੋਟੇ ਹੋਣਗੇ। ਤੇ ਭਾਈ ਮਣੀ ਸਿੰਘ ਦੇ ਜਦੋਂ ਇਹ ਕਰਨੀ ਗੱਲ ਪਈ ਵੀ ਇਹ ਸੰਗਤ ਨੇ ਇਸ ਤਰ੍ਹਾਂ ਕਿਹਾ, ਤੇ ਉਹਨਾਂ ਕਿਹਾ ਵੀ ਸੰਗਤ ਦਾ ਕਿਹਾ ਮੋੜ ਨਹੀਂ ਸਕਦੇ। ਦੇਖੋ, ਇੱਕ ਸੰਗਤੀ ਰੂਪ ਇਹ ਹੈ ਜਿਹੜੀ ਮੈਂ ਗੱਲ ਕਰ ਰਿਹਾ ਸੀ। ਉਹਨਾਂ ਕਿ ਸੰਗਤ ਦਾ ਕਿਹਾ ਮੋੜ ਨਹੀਂ ਸਕਦੇ। ਉਹਨਾਂ 5 ਸਿੰਘਾਂ ਨੂੰ ਇਕੱਠੇ ਕਰਕੇ ਇਹ ਅਰਦਾਸ ਕਰਵਾਈ ਸੀ ਕਿ ਇਹ ਸੰਗਤ ਦੀ ਜਿਹੜੀ ਮੰਗ ਜ਼ਰੂਰ ਪੂਰੀ ਹੋਵੇ। ਅੱਛਾ, ਬਿਲਕੁਲ ਜੀ। ਦੇਖੋ, ਕਿੰਨੀ ਵੱਡੀ ਭਾਵਨਾ ਹੈ ਗੁਰਸਿੱਖ ਦੀ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੀ ਭਾਈ ਮਣੀ ਸਿੰਘ ਨੇ, ਕਿੰਨੀ ਸੇਵਾ ਕੀਤੀ ਉਹਨਾਂ ਸਾਡੀ ਕੌਮ ਵਾਸਤੇ। ਉਹਨਾਂ 5 ਸਿੰਘਾਂ ਨੂੰ ਇਕੱਤਰ ਕਰਕੇ ਅਰਦਾਸ ਕਰਵਾਈ ਸੀ ਕਿ ਇਹ ਸੰਗਤ ਨੇ ਜਿਹੜੀ ਗੁਹਾਰ ਲਾਈ ਹੈ, ਜਿਹੜੀ ਬੇਨਤੀ ਕੀਤੀ ਹੈ, ਜੋ ਉਹਨਾਂ ਦੇ ਮਨ ਦੀ ਬੇਬਲਤਾ ਜ਼ਰੂਰ ਪੂਰੀ ਹੋਣੀ ਚਾਹੀਦੀ ਹੈ। ਤੇ ਜੇ ਇਹ ਸਰੀਰ ਜਿਸਮ ਕੌਮ ਦੇ ਲੇਖੇ ਲੱਗ ਜਾਵੇ ਤਾਂ ਹੋਰ ਕੀ ਹੋ ਸਕਦਾ। ਤਾਂ ਉਸ ਵਕਤ ਇਤਿਹਾਸ ਦੱਸਦਾ ਹੈ ਕਿ 5 ਸਿੰਘਾਂ ਨੇ ਅਰਦਾਸ ਕੀਤੀ ਤੇ ਭਾਈ ਮਣੀ ਸਿੰਘ ਉਹਨਾਂ ਦਾ ਬੰਦ ਸਾਡੇ ਸਾਹਮਣੇ ਇਤਿਹਾਸ ਪੂਰੇ ਦਾ ਪੂਰਾ ਪਿਆ ਖੱਟਿਆ ਗਿਆ। ਸੋ ਵਿਅਕਤੀਗਤ ਤੌਰ ਤੇ ਵੀ ਅਸੀਂ ਅਰਦਾਸ ਕਰ ਸਕਦੇ ਹਾਂ, ਪਰ ਸੰਗਤੀ ਰੂਪ ਦੇ ਵਿੱਚ ਅਰਦਾਸ ਦੀ ਮਹਾਨਤਾ ਜ਼ਿਆਦਾ ਹੈ। ਇਹ ਨਹੀਂ ਕਹਿ ਸਕਦੇ ਕਿ ਵਿਅਕਤੀਗਤ ਤੌਰ ਤੇ ਘੱਟ ਹੈ, ਨਹੀਂ। ਅਸਲ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਵੀ ਜਦੋਂ ਆਪਾਂ ਅਰਦਾਸ ਕਰਵਾਉਣੇ ਆ ਤਾਂ ਉਹ ਕਿਤੇ ਨਾ ਕਿਤੇ ਉਹ ਜਿਵੇਂ ਗੁਰੂ ਸਾਹਿਬ ਦਾ ਇੱਕ ਆਪਾਂ ਟੋਕ ਆਉਂਦੀ ਹੈ, ਪੜ੍ਹਦੇ ਆ, ਏਤੀ ਮਾਰ ਪਈ ਕਰਵਾਣੇ ਤੈਂ ਕੀ ਦਰਦਨ ਆਇਆ। ਹੁਣ ਉਹ ਸਾਰਿਆਂ ਦੀ ਸਾਂਝੀ ਵਿਚਾਰ ਸੀ, ਉਹ ਸੰਗਤੀ ਰੂਪ ਚ ਅਰਦਾਸ ਸੀ ਗੁਰੂ ਪਾਤਸ਼ਾਹ ਵੱਲੋਂ। ਉਹ ਵੱਖਰੀ ਗੱਲ ਹੈ, ਕੁਝ ਵਿਦਵਾਨਾਂ ਦਾ ਉਸ ਟੋਕ ਸੰਬੰਧੀ ਕੁਝ ਵੱਖਰੇ ਮਤ ਨੇ, ਕੁਝ ਵੱਖਰੇ, ਪਰ ਜਿਹੜੀ ਬੇਹਬਲਤਾ ਅੰਦਰ ਦੀ ਉਹ ਤਾਂ ਪਤਾ ਸੀ ਉਸ ਵਕਤ ਕੀ ਹੋ ਰਿਹਾ ਸੀ, ਇੰਨਾ ਜ਼ੁਲਮ ਹੋ ਰਿਹਾ ਸੀ। ਤਾਂ ਇਹ ਸੁਭਾਵਕ ਹੈ ਕਿ ਉਸ ਬਰਤਾਂਤ ਨੂੰ, ਨੈਰੇਟਿਵ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਸਾਰਿਆਂ ਨੇ ਗੱਲ ਵੀ ਅਕਾਲ ਪੁਰਖ ਤੁਹਾਨੂੰ ਮਤਲਬ ਦਰਦ ਨਹੀਂ, ਤਰਸ ਨਹੀਂ ਆ ਰਿਹਾ ਸਾਡੇ। ਸੋ ਸੰਗਤੀ ਰੂਪ ਦੇ ਵਿੱਚ ਆਪਣੀ ਜੇ ਪਰਿਵਾਰਕ ਵੀ ਕੋਈ ਮੰਗ ਹੈ, ਪੰਥਕ ਮੰਗ ਹੈ, ਵੇਖੋ ਪੰਥਕ ਮੰਗਾਂ ਸਾਡੀਆਂ ਹੁੰਦੀਆਂ ਸੰਗਤੀ ਰੂਪ ਚ ਅਰਦਾਸ ਦੀ। ਅੱਜ ਤੱਕ ਅਸੀਂ ਨਨਕਾਣਾ ਸਾਹਿਬ ਦੀ ਮੰਗ ਕਰਦੇ ਹਾਂ, ਪੰਥ ਸਾਂਝੇ ਸੰਗਤੀ ਰੂਪ ਚ ਹੀ ਮੰਗ ਕਰਦੇ ਹਾਂ। ਵੇਖੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, 70 ਸਾਲ ਬਾਅਦ ਰਾਹ ਵੀ ਖੁੱਲ ਗਏ, ਅਰਦਾਸ ਬਿਲਕੁਲ ਪੂਰੀ ਹੁੰਦੀ ਹੈ। ਇਹ ਨਹੀਂ ਕਿ ਅਰਦਾਸ ਨਹੀਂ ਪੂਰੀ ਹੁੰਦੀ, ਸਿੱਖ ਨੂੰ ਨਿਸ਼ਚਾ ਸਦਕੇ ਜਿਹੜਾ ਚਾਹੀਦਾ ਅਰਦਾਸ ਅਸੀਂ ਇਕੱਲੇ ਹੀ ਕਰ ਸਕਦੇ। ਔਰ ਤੁਸੀਂ ਹੈਰਾਨ ਹੋਵੋਗੇ, ਨਿਤਨੇਮ ਤੋਂ ਬਾਅਦ ਸਿੱਖ ਵਾਸਤੇ ਅਰਦਾਸ ਕਰਨੀ ਲਾਜ਼ਮੀ ਜੀ। ਜਿੰਨਾ ਸਮਾਂ ਅਸੀਂ ਅਰਦਾਸ ਨਹੀਂ ਕਰਦੇ ਤੇ ਪੁਰਾਣੇ ਬਜ਼ੁਰਗਾਂ ਦੇ ਕਹਿਣ ਸੀ ਸਾਡਾ ਨਿਤਨੇਮ ਨਹੀਂ ਪੂਰਾ ਹੁੰਦਾ ਜੀ। ਨਿਤਨੇਮ ਤੋਂ ਬਾਅਦ ਸਾਡੇ ਵਾਸਤੇ ਅਰਦਾਸ ਕਰਨੀ ਬਹੁਤ ਲਾਜ਼ਮੀ ਹੈ। ਉਹੋ ਜਿਹੇ ਇੱਕ ਵਕਤ ਹੈ ਜਦੋਂ ਅਸੀਂ ਅਕਾਲ ਪੁਰਖ ਨਾਲ ਸਿੱਧੀਆਂ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ, ਸਿੱਧੇ ਨਾਤੇ ਸਾਡੇ ਜੁੜ ਜਾਣੇ। ਸੋ ਅਸੀਂ ਵਿਅਕਤੀਗਤ ਤੌਰ ਤੇ ਵੀ ਅਰਦਾਸ ਕਰ ਸਕਦੇ ਹਾਂ ਤੇ ਸੰਗਤੀ ਰੂਪ ਦੇ ਵਿੱਚ ਵੀ ਅਰਦਾਸ ਕਰ ਸਕਦੇ ਹਾਂ ਜੀ। ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਇਹ ਵਿਦਵਾਨ ਸੱਜਣ ਗਿਆਨੀ ਗੁਰਸੇਵਕ ਸਿੰਘ ਜੀ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ, ਅਰਦਾਸ ਵਾਸਤੇ ਕਰਨਾ ਪਾਇਆ, ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਹੋਰ ਇੱਦਾਂ ਦੇ ਜਿਹੜੇ
ਵਿਸ਼ੇ ਜਿਨ੍ਹਾਂ ਬਾਰੇ ਸੰਗਤ ਨੂੰ ਪੂਰੀ ਸਪਸ਼ਟਤਾ ਨਹੀਂ ਹੈ ਤੇ ਪੂਰਾ ਗਿਆਨ ਨਹੀਂ ਹੈ, ਅੱਜ ਦੇ ਲਈ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ ਤੇ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।